ਸਾਹਿਬ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ ਗਾਉ, ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ੍ਰੀ ਹਰਿਗੋਬਿੰਦ ਸੁਭ ਸੁਮਤ ਪ੍ਰਗਾਸ। ਸ੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਖੀ, ਤਰੁ ਤਾਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਕਾਮੇ ਕਰੇ ਤਿਆਰੀ, ਨੀਕੇ ਅਵਨੀ ਜਾਏ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਭਗਤ ਵਸ਼ਲ ਕਿਰਪਾ ਨਿਦਾਨ ਜੁਗ ਜੁਗ ਅਟਲ ਜਗਤ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਤਿੰਨਾਂ ਦੀ ਮੁਕੱਦਸ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਵੇਲੇ ਨੂੰ ਮੁੱਖ ਰੱਖਦਿਆਂ ਹੋਇਆ ਬਾਣੀ ਕੇ ਬੋਹੇ ਥੇ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਦਾਤਾ ਬੰਦੀ ਛੋੜ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਵਸਾਏ ਹੋਏ ਇਤਿਹਾਸਕ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਵਿਖੇ ਆਪ ਸਮੂਹ ਸੰਗਤ ਅਥਾਹ ਭਾਵਨਾ ਦੇ ਨਾਲ ਹਾਜ਼ਰੀ ਭਰ ਰਹੇ ਹੋ, ਸੇਵਾ ਕਰ ਰਹੇ ਹੋ, ਯਾਤਰਾ ਕਰ ਰਹੇ ਹੋ। ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ। ਸ਼ਾਮ ਦੇ ਵੇਲੇ ਸਭ ਤੋਂ ਪਹਿਲਾਂ ਗੁਰੂ ਕੇ ਚਰਨਾਂ ਦੇ ਵਿੱਚ ਗੁਰ ਇਤਿਹਾਸ ਦੀ ਲੜੀਵਾਰ ਕਥਾ ਆਪਾਂ ਸਰਵਣ ਕਰਦੇ ਹਾਂ। ਸਮਾਂ ਹੋ ਚੁੱਕਾ ਹੈ ਸਤਿਗੁਰੂ ਜੀ ਰਹਿਮਤ ਕਰਨ ਇਕਾਗਰਤਾ ਦੇ ਨਾਲ ਇਤਿਹਾਸਕ ਵਚਨ ਸੁਣਨ ਦਾ ਔਰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨ ਦਾ ਸਤਿਗੁਰੂ ਜੀ ਵੱਲ ਉਦਮ ਬਖਸ਼ਿਸ਼ ਕਰਨ। ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਇਹ ਵਚਨ ਸਰਵਣ ਕੀਤੇ ਹਨ ਕਿ ਛੇਵੇਂ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਉਹਨਾਂ ਨੇ ਸਰੀਰ ਛੱਡਿਆ ਹੈ ਔਰ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਅਗਲੇ ਗੁਰੂ ਸੱਤਵੇਂ ਗੁਰੂ ਥਾਪਿਆ ਹੈ। ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਸੰਗਤਾਂ ਦਾ ਭਲਾ ਕਰ ਰਹੇ ਹਨ, ਸੰਗਤਾਂ ਨੂੰ ਉਤਾਰ ਰਹੇ ਹਨ। ਬੇਅੰਤ ਸੰਗਤ ਲੰਮੇ ਸਮੇਂ ਤੱਕ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚਦੀ ਰਹੀ ਹੈ। ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਸਤਿਗੁਰੂ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਛੱਡਣ ਤੋਂ ਬਾਅਦ ਹੁਣ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਹੈ। ਸੱਤਵੇਂ ਪਾਤਸ਼ਾਹ ਜੀ ਜੀਵਾਂ ਦਾ ਭਲਾ ਕਰ ਰਹੇ ਹਨ। ਉਹਨਾਂ ਦੇ ਚਰਨਾਂ ਦੇ ਵਿੱਚ ਇੱਕ ਪਿਆਰਾ ਭਾਈ ਭਗਤੂ ਜੀ, ਜਿਨ੍ਹਾਂ ਦੀ ਬਿਰਧ ਉਮਰ ਹੋ ਚੁੱਕੀ ਹੈ, ਲੰਮੇ ਸਮੇਂ ਤੋਂ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਆਏ ਹੋਏ ਹਨ ਤੇ ਸਤਿਗੁਰਾਂ ਨੇ ਵੱਡੀ ਉਮਰ ਜਾਣਦਿਆਂ ਹੋਇਆਂ ਕੋਈ ਖਾਸ ਸੇਵਾ ਨਿਯਤ ਨਹੀਂ ਕੀਤੀ ਔਰ ਭਾਈ ਭਗਤੂ ਜੀ ਦਾ ਸੰਗਤਾਂ ਦੇ ਵਿੱਚ ਔਰ ਸਤਿਗੁਰੂ ਜੀ ਖੁਦ ਵੀ ਬੜਾ ਮਾਣ ਸਨਮਾਨ ਕਰਦੇ ਹਨ, ਕਿਉਂਕਿ ਵੱਡੇ ਗੁਰੂ ਕੇ ਸਿੱਖ ਹਨ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਵੇਲੇ, ਛੇਵੇਂ ਪਾਤਸ਼ਾਹ ਜੀ ਦੇ ਵੇਲੇ ਸੇਵਾ ਕੀਤੀ ਹੈ। ਹੁਣ ਭਾਈ ਭਗਤੂ ਜੀ ਇੱਕ ਦਿਨ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਏ। ਇਹ ਪਾਤਸ਼ਾਹ, ਕਈਆਂ ਦਿਨਾਂ ਤੋਂ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਹਾਂ ਤੇ ਸਤਿਗੁਰੂ ਜੀ ਸੇਵਾ ਤੋਂ ਬਿਨਾਂ ਜਿਹੜਾ ਦਿਨ ਹੈ ਨਾ ਉਹ ਬਤੀਤ ਨਹੀਂ ਹੋ ਰਿਹਾ। ਪਾਤਸ਼ਾਹ ਇੰਝ ਲੱਗਦਾ ਹੈ ਜੇ ਸੇਵਾ ਨਹੀਂ ਕਰਦਾ ਤੇ ਇਹ ਜਿਹੜਾ ਦਿਨ ਹੈ ਅੱਜ ਦਾ ਅਜਾਂ ਹੀ ਚਲਿਆ ਗਿਆ, ਕੋਈ ਫਾਇਦਾ ਹੀ ਨਹੀਂ ਹੋਇਆ। ਜੈਸਾ ਗੁਰਬਾਣੀ ਦਾ ਇੱਕ ਵਚਨ ਹੈ ਨਾ, ਜਿਹੜਾ ਗੁਰੂ ਕਾ ਪਿਆਰਾ ਹੋਵੇ ਜੇ ਤਾਂ ਉਹ ਬੰਦਗੀ ਕਰੇ, ਸੇਵਾ ਕਰੇ ਤੇ ਉਹ ਆਪਣਾ ਦਿਨ ਸਫਲ ਸਮਝਦਾ ਹੈ। ਜਿਸ ਦਿਨ ਉਹ ਸੇਵਾ ਸਿਮਰਨ ਤੋਂ ਦੂਰ ਹੋ ਜਾਏ ਉਹ ਆਪਣੀ ਮੌਤ ਸਮਝਦਾ ਹੈ। ਉਸ ਦਿਨ ਨੂੰ ਉਹ ਗਿਣਦਾ ਹੀ ਨਹੀਂ। ਜੈਸੇ ਆਪਾਂ ਗੁਰਬਾਣੀ ਦੇ ਵਿੱਚ ਰਹਿ ਰਸ ਦੇ ਵਿੱਚ ਸ਼ਬਦ ਪੜ੍ਹਦੇ ਹਾਂ ਨਾ, ਆਖਾਂ ਜੀਵਾਂ ਵਿਸਰੈ ਮਰ ਜਾਉ। ਆਖਦਾ ਹਾਂ ਤੇ ਜੀਵਨ ਹੈ, ਭੁੱਲ ਗਿਆ ਤੇ ਮੌਤ ਹੈ। ਇਸ ਤਰ੍ਹਾਂ ਦੀ ਅਵਸਥਾ ਭਾਈ ਭਗਤੂ ਜੀ ਦੀ ਹੈ। ਇਹ ਸੱਤਵੇਂ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ, ਮੈਂ ਸੇਵਾ ਦੇ ਵਿੱਚ ਲੱਗਿਆ ਹੋਇਆ ਸੀਗਾ ਤੇ ਸਮਾਂ ਸੋਹਣਾ ਬਤੀਤ ਹੋ ਰਿਹਾ ਸੀਗਾ। ਪਾਤਸ਼ਾਹ ਬੈਠਣਾ ਬੜਾ ਮੁਸ਼ਕਲ ਹੈ। ਇੰਝ ਲੱਗਦਾ ਹੈ ਕਿ ਜਿਵੇਂ ਕੁਝ ਗਵਾਚ ਰਿਹਾ ਹੈ। ਦਿਨ ਜਿਹੜਾ ਅਜਾਈਂ ਲੰਘ ਰਿਹਾ ਹੈ
ਕਿਰਪਾ ਕਰੋ ਦਾਸ ਦੀ ਝੋਲੀ ਦੇ ਵਿੱਚ ਕੋਈ ਨਾ ਕੋਈ ਸੇਵਾ ਪਾਓ। ਭਾਈ ਗੁਰਦਾਸ ਜੀ ਦਾ ਵੀ ਵਚਨ ਹੈ, ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਸੇਵਾ ਤੋਂ ਬਿਨਾਂ ਹੱਥ ਪੈਰ ਧ੍ਰਿਗ ਹੈ। ਧ੍ਰਿਗ ਦਾ ਅਰਥ ਹੈ ਲਾਹਨਤ ਜੋਗ। ਜੇ ਸੇਵਾ ਨਹੀਂ ਹੈ, ਇਸ ਕਰਕੇ ਹੇ ਸਤਵੇਂ ਪਾਤਸ਼ਾਹ ਜੀ ਸੇਵਾ ਬਖਸ਼ੋ। ਤੇ ਸਤਵੇਂ ਪਾਤਸ਼ਾਹ ਜੀ ਨੇ ਵਚਨ ਕੀਤਾ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ, ਕਿ ਤੁਸੀਂ ਜ਼ਿਮੀਂਦਾਰ ਹੋ, ਖੇਤੀਬਾੜੀ ਦੇ ਨਾਲ ਤੁਹਾਡਾ ਸੰਬੰਧ ਰਿਹਾ ਹੈ, ਇਸ ਕਰਕੇ ਜਾਓ ਖੇਤੀਬਾੜੀ ਹੀ ਕਰੋ। ਕੁਝ ਜ਼ਮੀਨ ਦੇ ਵਿੱਚ ਵਾਹੀ ਕਰੋ, ਫਸਲ ਬੀਜੋ, ਤੇ ਗੁਰੂ ਘਰ ਦੇ ਵਿੱਚ ਆਏਗੀ, ਲੰਗਰਾਂ ਦੇ ਵਿੱਚ ਪਏਗੀ। ਇਹੀ ਤੁਹਾਨੂੰ ਸੇਵਾ ਹੈ। ਕੁਝ ਸੇਵਾਦਾਰ ਨਾਲ ਲੈ ਲਓ। ਬਾਬਾ ਬੁੱਢਾ ਸਾਹਿਬ ਜੀ ਦੀ ਤਰ੍ਹਾਂ, ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਬੀੜ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਸੇਵਾ ਕੀਤੀ ਨਾ, ਜ਼ਿਮੀਂਦਾਰਾ ਕੀਤਾ, ਡੰਗਰ ਰੱਖੇ, ਉਸੇ ਤਰ੍ਹਾਂ ਭਾਈ ਭਗਤੂ ਜੀ ਵੀ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਇਹੀ ਸੇਵਾ ਮਿਲੀ ਉਹਨਾਂ ਨੂੰ ਵੀ। ਹੁਣ ਭਾਵਨਾ ਦੇ ਨਾਲ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਭਾਈ ਭਗਤੂ ਜੀ, ਆਓ ਅਗਲੇਰਾ ਜਿਹੜਾ ਇਤਿਹਾਸ ਹੈ, ਕਿਵੇਂ ਫਿਰ ਗੁਰੂ ਕੇ ਚਰਨਾਂ ਦੇ ਵਿੱਚ ਸੇਵਾ ਕਮਾਉਂਦੇ ਹਨ। ਬਹੁਤ ਵੱਡਾ ਜੀਵਨ ਹੈ, ਬੜਾ ਪਿਆਰਾ ਇਤਿਹਾਸ ਹੈ ਭਾਈ ਭਗਤੂ ਜੀ ਦਾ ਜੀਵਨ, ਸਾਡੇ ਵਾਸਤੇ ਬਹੁਤ ਪ੍ਰੇਰਨਾਦਾਇਕ ਹੈ। ਆਓ ਭਾਵਨਾ ਸਹਿਤ ਸਰਵਣ ਕਰਦੇ ਹਾਂ। ਇੱਕ ਵਾਰੀ ਸਾਰੀ ਸੰਗਤ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਹੈ। ਹੇ ਪਾਤਸ਼ਾਹ, ਆਪ ਜੀ ਦਾ ਸ਼ੁਕਰਾਨਾ ਹੈ, ਦਾਸ ਨੂੰ ਸੇਵਾ ਬਖਸ਼ੀ ਹੈ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਹੈ। ਭਾਈ ਭਗਤੂ ਜੀ ਔਰ ਸਰੀਰ ਭਾਵੇਂ ਬਿਰਧ ਹੈ, ਪਰ ਬੜਾ ਉਦਮ ਹੈ, ਬੜਾ ਚਾਅ ਹੈ ਸੇਵਾ ਦਾ। ਇਸ ਕਰਕੇ ਮਨ ਦੇ ਵਿੱਚ ਭਾਰੀ ਚਾਉ ਲੈ ਕਰਕੇ ਸੇਵਾ ਦੇ ਵਿੱਚ ਲੱਗੇ ਹਨ। ਔਰ ਕੁਛ ਬਲਦ ਤੇ ਕੁਝ ਖੇਤੀਬਾੜੀ ਦਾ ਹੋਰ ਸਮਾਨ ਤੇ ਕੁਝ ਕੁ ਸਿੱਖ ਆਪਣੇ ਨਾਲ, ਸਾਰਾ ਇਹ ਕੁਛ ਲਿਆ ਹੈ। ਔਰ ਗੁਰੂ ਘਰ ਦੇ ਵਾਸਤੇ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਜਾ ਕਰਕੇ ਵਾਹੀ ਦਾ ਜਿਹੜਾ ਕੰਮ ਹੈ ਸ਼ੁਰੂ ਕੀਤਾ, ਪਹਿਲੀ ਬੀਜਣ ਦਾ ਕੰਮ ਸ਼ੁਰੂ ਕੀਤਾ ਹੈ। ਨੀਕੇ ਅਵਨੀ ਜਾਈ ਸੁਧਾਰੀ, ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹਿਆ ਸੁਧਾਰਿਆ ਹੈ। ਔਰ ਬੜਾ ਤਜਰਬਾ ਹੈ ਤੇ ਬੜੀ ਸ਼ਰਧਾ ਦੇ ਨਾਲ, ਬੜੇ ਚਾਉ ਦੇ ਨਾਲ ਸੇਵਾ ਕਰ ਰਹੇ ਹਨ। ਔਰ ਖੇਤੀ ਬੀਜੀ ਹੈ ਔਰ ਬਹੁਤ ਸੰਘਣੀ ਖੇਤੀ ਜਿਹੜੀ ਹੈ ਭਾਈ ਭਗਤੂ ਜੀ ਦੀ ਨਿਗਾਹ ਦੇ ਵਿੱਚ, ਇਹਨਾਂ ਦੀ ਜ਼ਿੰਮੇਵਾਰੀ ਦੇ ਤਹਿਤ ਕੁਝ ਗੁਰੂ ਕੇ ਸਿੱਖ ਹੋਰ ਸੇਵਾਦਾਰ ਸਤਿਗੁਰਾਂ ਨੇ ਨਾਲ ਲਾਏ ਹਨ। ਔਰ ਬਹੁਤ ਚੰਗੀ ਸੋਹਣੀ ਜਿਹੜੀ ਫਸਲ ਉੱਗੀ ਹੈ। ਔਰ ਕਹਿਣ ਲੱਗੇ ਕਿ ਹੁਣ ਖੇਤੀ ਨੂੰ ਦੁਆਲੇ ਦੁਆਲੇ ਵਾੜ ਕੀਤੀ ਹੈ, ਬੜਾ ਸੁਧਾਰ ਕੇ, ਬੜੇ ਪਿਆਰ ਦੇ ਨਾਲ ਇਹ ਸਾਰੇ ਕਾਰਜ ਖੇਤਾਂ ਦੇ ਵਿੱਚ ਭਾਈ ਭਗਤੂ ਜੀ ਬਿਰਧ ਉਮਰ ਦੇ ਵਿੱਚ ਕਰਦੇ ਹਨ। ਔਰ ਬੜੇ ਧਿਆਨ ਦੇ ਨਾਲ ਸੰਭਾਲਦੇ ਹਨ, ਦਿਨ ਰਾਤ ਉੱਥੇ ਰਹਿੰਦੇ ਹਨ। ਔਰ ਜਦੋਂ ਖੇਤੀ ਪੱਕ ਜਾਂਦੀ ਹੈ ਤੇ ਕੋਲ ਬੈਠਦੇ ਹਨ ਜਾਨਵਰਾਂ ਤੋਂ, ਔਰ ਬੜੇ ਧਿਆਨ ਦੇ ਨਾਲ ਉੱਥੇ ਫਸਲ ਦੀ, ਪੱਕੀ ਹੋਈ ਫਸਲ ਦੀ ਸੰਭਾਲ ਕਰਦੇ ਹਨ, ਫਿਰ ਗੁਰੂ ਘਰ ਦੇ ਵਿੱਚ ਪਹੁੰਚਾਉਂਦੇ ਹਨ। ਔਰ ਕਈ ਵਾਰ ਬੜੀਆਂ ਚੰਗੀਆਂ ਜਿਹੜੀਆਂ ਫਸਲਾਂ ਬੀਜੀਆਂ ਤੇ ਪਕਾਈਆਂ ਗੁਰੂ ਘਰ ਵਾਸਤੇ ਭੇਜੀਆਂ ਗਈਆਂ ਹਨ। ਔਰ ਇੱਕ ਵਾਰੀ ਫਸਲ ਪੱਕੀ ਹੈ ਤੇ ਭਾਈ ਭਗਤੂ ਜੀ ਨੇ ਕੁਛ ਕਾਮੇ ਜਿਹੜੇ ਹਨ ਉਹ ਫਸਲ ਵੱਢਣ ਵਾਸਤੇ ਲਾਏ ਹੋਏ ਹਨ। ਔਰ ਉਹਨਾਂ ਦੇ ਵਾਸਤੇ ਆਪ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਭੋਜਨ ਪ੍ਰਸ਼ਾਦਾ ਲੈ ਕਰਕੇ ਗਏ ਹਨ।
ਔਰ ਜੋ ਸਤਿਗੁਰਾਂ ਦਾ ਲੰਗਰ ਚੱਲ ਰਿਹਾ ਹੈ, ਜੈਸਾ ਉਸੇ ਵਿੱਚੋਂ ਹੀ ਭਾਈ ਭਗਤੂ ਜੀ ਜਿਹੜੇ ਖੇਤ ਵਿੱਚ ਕੰਮ ਕਰ ਰਹੇ ਸਨ, ਕੁਝ ਦਿਹਾੜੀਦਾਰ ਮਜ਼ਦੂਰ ਆ, ਕੁਝ ਸਿੱਖ ਆ, ਉਹਨਾਂ ਵਾਸਤੇ ਪ੍ਰਸ਼ਾਦਾ ਲੈ ਕਰਕੇ ਗਏ ਹਨ। ਔਰ ਬਾਹਰ ਜਾ ਕਰਕੇ ਸਾਰਿਆਂ ਨੂੰ ਉਹ ਪ੍ਰਸ਼ਾਦਾ ਦਿੱਤਾ ਹੈ। ਔਰ ਇੱਕ ਦਿਨ ਕਈ ਵਾਰ ਗੁਰੂ ਘਰ ਦੇ ਸੇਵਾਦਾਰ ਵੀ ਪਹੁੰਚਦੇ ਹਨ। ਇੱਕ ਦਿਨ ਭਾਈ ਭਗਤੂ ਜੀ ਆਪ ਖੁਦ ਉਹਨਾਂ ਵਾਸਤੇ ਪ੍ਰਸ਼ਾਦਾ ਲੈ ਕਰਕੇ ਗਏ ਹਨ। ਔਰ ਜਿੱਥੇ ਸਾਰੇ ਕਾਮੇ ਲੱਗੇ ਹੋਏ ਹਨ, ਖੇਤਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕੰਮਕਾਰ ਕਰ ਰਹੇ ਹਨ, ਉੱਥੇ ਭਾਈ ਭਗਤੂ ਜੀ ਪਹੁੰਚੇ ਹਨ। ਔਰ ਇੱਕ ਕੰਡੇ ਤੇ ਇੱਕ ਪਾਸੇ ਸਾਰਿਆਂ ਨੂੰ ਆਵਾਜ਼ ਦੇ ਕਰਕੇ ਬੁਲਾ ਲਿਆ ਹੈ ਕਿ ਭਾਈ ਆਓ ਇੱਕ ਵਾਰੀ ਪ੍ਰਸ਼ਾਦਾ ਛਕ ਲਓ, ਰੋਟੀ ਖਾ ਲਓ। ਸਾਰਿਆਂ ਨੂੰ ਭਾਈ ਭਗਤੂ ਜੀ ਨੇ ਸੱਦਿਆ ਹੈ। ਔਰ ਲਾਈਨਾਂ ਦੇ ਵਿੱਚ, ਪੰਗਤਾਂ ਦੇ ਵਿੱਚ ਸਾਰੇ ਸੇਵਕਾਂ ਨੂੰ, ਮਜ਼ਦੂਰਾਂ ਨੂੰ ਭਾਈ ਭਗਤੂ ਜੀ ਵੱਲੋਂ ਬਿਠਾਇਆ ਗਿਆ ਹੈ। ਔਰ ਸਾਰਿਆਂ ਨੇ ਪ੍ਰਸ਼ਾਦੇ ਜਿਹੜੇ ਹਨ ਆਪਣੇ ਆਪਣੇ ਪਵਾ ਕਰਕੇ ਹੱਥਾਂ ਦੇ ਵਿੱਚ ਜਦੋਂ ਲਏ ਹਨ, ਸਾਰੇ ਪ੍ਰਸ਼ਾਦੇ ਜਦੋਂ ਛਕਣ ਲੱਗੇ ਹਨ। ਔਰ ਪ੍ਰਸ਼ਾਦੇ ਦਾ ਹਿਸਾਬ ਕਿਤਾਬ ਲਾ ਕਰਕੇ ਤੇ ਭਾਈ ਭਗਤੂ ਜੀ ਨੂੰ ਕੁਝ ਜਿਹੜੇ ਉਹ ਲੋਕ ਸਨ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ, ਉਹ ਬੇਨਤੀ ਕਰਦੇ ਹਨ, ਭਾਈ ਸਾਹਿਬ ਕਰੋ ਵਿਚਾਰਾ। ਹੇ ਭਾਈ ਭਗਤੂ ਜੀ, ਮਨ ਦੇ ਵਿੱਚ ਇੱਕ ਤੁਸੀਂ ਵਿਚਾਰ ਕਰੋ, ਸਾਡੀ ਬੇਨਤੀ ਹੈ। ਅਸੀਂ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਹਾਂ। ਇਹ ਜਿਹੜਾ ਤੁਸੀਂ ਪ੍ਰਸ਼ਾਦਾ ਲੈ ਕਰਕੇ ਆਏ ਹੋ ਬਿਲਕੁਲ ਸਾਦਾ ਜਿਹਾ ਹੈ ਤੇ ਸੁੱਕਿਆ ਹੋਇਆ ਹੈ। ਕਹਿਣ ਲੱਗੇ ਘ੍ਰਿਤ ਅਦਕ ਬਿਨ ਆਨ ਆਹਾਰਾ, ਕੋਈ ਬਹੁਤਾ ਘਿਓ ਨਹੀਂ ਪਾਇਆ ਹੋਇਆ ਤੇ ਬਹੁਤਾ ਇਹ ਜਿਹੜਾ ਪ੍ਰਸ਼ਾਦਾ ਹੈ ਕੋਈ ਤਾਕਤਵਰ ਨਹੀਂ ਹੈ, ਇਹਦੇ ਵਿੱਚ ਕੋਈ ਘਿਓ ਨਹੀਂ ਹੈ। ਤੇ ਸਾਰਾ ਦਿਨ ਇਹ ਜਿਹੜੇ ਸਾਰੇ ਮਜ਼ਦੂਰ ਹਨ ਇਹਨਾਂ ਨੇ ਕੰਮ ਕਰਨਾ ਹੈ। ਖੇਤਾਂ ਦੇ ਵਿੱਚ ਜਿਹੜਾ ਜ਼ੋਰ ਦੇ ਨਾਲ, ਸਰੀਰ ਦੇ ਬਲ ਦੇ ਨਾਲ ਕੰਮ ਕੀਤਾ ਜਾਣਾ ਹੈ। ਔਰ ਐਸੇ ਪ੍ਰਸ਼ਾਦੇ ਦੇ ਨਾਲ ਤਾਂ ਗੱਲ ਨਹੀਂ ਬਣੇਗੀ। ਹੁਣ ਸਾਰਾ ਦਿਨ ਇਤਨੇ ਬਲ ਵਾਲਾ ਕੰਮ ਹੈ, ਖੇਤੀਬਾੜੀ ਦਾ ਕੰਮ ਹੈ, ਤੇ ਸੁੱਕੇ ਹੋਏ ਪ੍ਰਸ਼ਾਦਿਆਂ ਦੇ ਨਾਲ ਤਾਂ ਕਹਿਣ ਲੱਗੇ ਇੱਥੇ ਬਿਨ ਖਾਏ ਅੰਧੇ ਹੋਏ ਜਾਵੇ। ਕੋਈ ਤਾਕਤਵਰ ਕੋਈ ਚੰਗਾ ਭੋਜਨ ਨਾ ਮਿਲੇ ਤੇ ਸਾਨੂੰ ਇੰਝ ਲੱਗਦਾ ਹੈ ਅਸੀਂ ਅੰਨੇ ਹੋ ਗਏ ਆ, ਸਰੀਰ ਕੰਮ ਨਹੀਂ ਕਰਦਾ, ਸਰੀਰ ਦੇ ਵਿੱਚ ਬਲ ਨਹੀਂ ਆਉਂਦਾ। ਇਹ ਭਾਈ ਭਗਤੂ ਜੀ ਪ੍ਰਸ਼ਾਦਾ ਬਿਲਕੁਲ ਸਾਦਾ ਜਿਹਾ ਤੁਸੀਂ ਲੈ ਕਰਕੇ ਆਏ ਹੋ। ਜੇ ਕਿਤੇ ਇੱਕ ਇੱਕ ਪਿਆਲਾ ਨਾਲ ਘਿਓ ਦਾ ਮਿਲ ਜਾਂਦਾ, ਕਿਤੇ ਇੱਕ ਇੱਕ ਕੜਛੀ ਘਿਓ ਦੀ ਪਾ ਦਿੰਦੇ ਤਾਂ ਚੰਗਾ ਸੀਗਾ। ਇੱਕ ਇੱਕ ਪ੍ਰਤ ਪਾਈਐ ਕ੍ਰਿਤ ਹੋਏ। ਭਾਈ ਭਗਤੂ ਜੀ ਥੋੜ੍ਹਾ ਜਿਹਾ ਹਿਸਾਬ ਕਿਤਾਬ ਲਾ ਲੈਣਾ ਸੀ ਕਿ ਅਸੀਂ ਖੇਤਾਂ ਦੇ ਵਿੱਚ ਕੰਮ ਕਰ ਰਹੇ ਹਾਂ ਤੇ ਕੋਈ ਇਸ ਤਰ੍ਹਾਂ ਦਾ ਭੋਜਨ ਲੈ ਕਰਕੇ ਆਉਂਦੇ। ਤੇ ਜਿਹੜਾ ਕੰਮਕਾਰ ਕਰੇ ਇਸ ਤਰ੍ਹਾਂ ਵਜਨਦਾਰ ਕੋਈ ਭਾਰਾ, ਉਹਦੇ ਵਾਸਤੇ ਇਹ ਜ਼ਰੂਰੀ ਹੈ, ਨਹੀਂ ਤੇ ਸਰੀਰ ਸ਼ਕਤੀ ਤੋਂ ਹੀਣਾ ਹੋ ਜਾਂਦਾ ਹੈ। ਔਰ ਤੁਸੀਂ ਦੇਖੋ ਸਾਨੂੰ ਸੁੱਕੇ ਜਿਹੜੇ ਪ੍ਰਸ਼ਾਦੇ ਲਿਆ ਕਰਕੇ ਦੇ ਦਿੱਤੇ ਹਨ। ਇਹ ਕੋਈ ਥੰਦੇ ਵਾਲੇ ਨਹੀਂ ਹੈ, ਕੋਈ ਤਾਕਤ ਵਾਲੇ ਨਹੀਂ ਹੈ। ਭਾਈ ਭਗਤੂ ਜੀ ਨੂੰ ਉਹ ਜਿਹੜੇ ਮਜ਼ਦੂਰ ਸਨ ਜਾਂ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ, ਉਹਨਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਹੈ, ਔਰ ਹੇ ਭਾਈ ਭਗਤੂ ਜੀ ਦੱਸੋ ਅਸੀਂ ਕਿਵੇਂ ਖਾਈਏ ਤੇ ਇਸ ਤਰ੍ਹਾਂ ਪ੍ਰਸ਼ਾਦਾ ਛਕ ਕੇ ਕਿਵੇਂ ਫਿਰ ਸਾਰਾ ਦਿਨ ਕੰਮ ਹੋਏਗਾ। ਔਰ ਜਿਹੜੀ ਉਹਨਾਂ ਨੇ ਬੇਨਤੀ ਕੀਤੀ ਹੈ, ਭਾਈ ਭਗਤੂ ਜੀ ਨੇ ਬੜੇ ਪਿਆਰ ਦੇ ਨਾਲ ਉਹਨਾਂ ਦੀ ਬੇਨਤੀ ਸੁਣੀ ਹੈ ਤੇ ਸਮਝੀ ਹੈ।
ਲਗਾਈ। ਔਰ ਭਾਈ ਭਗਤੂ ਜੀ ਨੇ ਫਿਰ ਇੱਕ ਬਚਨ ਕੀਤਾ, ਕਹਿਣ ਲੱਗਾ ਮੈਂ ਹੁਣੇ ਹੀ ਕੋਈ ਨਾ ਕੋਈ ਪ੍ਰਬੰਧ ਕਰਦਾ ਹਾਂ। ਮੈਂ ਦੇਖਦਾ ਹਾਂ, ਇੱਧਰੋਂ ਉੱਧਰੋਂ ਦੇਖਦਾ ਹਾਂ, ਨਗਰ ਦੇ ਵਿੱਚ ਫੇਰੀ ਲਾਉਣ ਵਾਲਾ ਵੀ ਇੱਕ ਪੁਰਸ਼ ਆਉਂਦਾ ਹੈ ਅਤੇ ਮੈਂ ਕਿਤੋਂ ਪ੍ਰਬੰਧ ਕਰਦਾ ਹਾਂ। ਭਾਈ ਭਗਤੂ ਜੀ ਨੇ ਉਸੇ ਵੇਲੇ ਇੱਧਰ ਉੱਧਰ ਜਾ ਕਰਕੇ ਪ੍ਰਬੰਧ ਕੀਤਾ ਹੈ। ਔਰ ਨਗਰ ਦੇ ਵਿੱਚ ਗਏ ਤੇ ਇੱਕ ਵਪਾਰੀ ਹੈ, ਉਹਨੂੰ ਦੇਖਿਆ ਭਾਈ ਭਗਤੂ ਜੀ ਨੇ, ਜਿਹਨੇ ਗੇੜਾ ਨਗਰ ਦੇ ਵਿੱਚ ਲਾਇਆ ਹੈ। ਔਰ ਉਹਦੇ ਕੋਲ ਗੁੜ, ਸ਼ਹਿਦ, ਮਿਰਚਾਂ, ਘਿਓ ਇਤਿਆਦਿ ਇਸ ਤਰ੍ਹਾਂ ਦਾ ਘਰਾਂ ਦੇ ਵਿੱਚ ਵਰਤੋਂ ਵਾਲਾ ਕੁਝ ਜਿਹੜਾ ਸਮਾਨ ਹੈ, ਉਹਦੀ ਉਹ ਫੇਰੀ ਲਾਉਂਦਾ ਹੈ, ਵੇਚਦਾ ਹੈ ਰੋਜ਼ਾਨਾ। ਤੇ ਨਗਰ ਦੇ ਵਿੱਚ ਉਹ ਆਇਆ ਹੈ। ਔਰ ਉਹਨੇ ਆਪਣੇ ਗੱਡੇ ਦੇ ਨਾਲ ਇੱਕ ਕੁੱਪੀ ਜਿਹੜੀ ਹੈ ਉਹ ਘਿਓ ਦੇ ਨਾਲ ਭਰ ਕੇ, ਇੱਕ ਵੱਡਾ ਭਾਂਡਾ ਕਹਿ ਲਓ ਕੁੱਪੀ ਨੂੰ, ਇੱਕ ਵੱਡਾ ਜਿਹੜਾ ਭਾਂਡਾ ਹੈ ਘਿਓ ਦਾ ਭਰ ਕੇ ਨਾਲ ਲਟਕਾਇਆ ਹੋਇਆ ਹੈ। ਔਰ ਸਾਰੀ ਉਹ ਜਿਹੜੀ ਕੁੱਪੀ ਹੈ, ਵੱਡਾ ਭਾਂਡਾ ਬਣਿਆ ਹੋਇਆ ਜਿਹੜਾ, ਉਹ ਘਿਓ ਦੇ ਨਾਲ ਭਰਿਆ ਹੋਇਆ ਹੈ। ਔਰ ਭਾਈ ਭਗਤੂ ਜੀ ਨੇ ਉਹਨੂੰ ਦੇਖਿਆ, ਉਸ ਵਪਾਰੀ ਨੂੰ, ਉਸ ਫੇਰੀ ਵਾਲੇ ਨੂੰ, ਔਰ ਆਪਣੇ ਕੋਲ ਸੱਦਿਆ ਹੈ। ਹੇ ਭਾਈ ਇੱਧਰ ਆਓ, ਵਪਾਰੀਓ, ਤੇ ਤੁਹਾਡੇ ਨਾਲ ਅਸੀਂ ਕੁਛ ਵਪਾਰ ਕਰਨਾ ਹੈ। ਉਰੇ ਆਓ, ਜੇ ਕਰੇ ਵਪਾਰਾ, ਜੇ ਵਪਾਰ ਕਰਨਾ ਹੈ ਤੇ ਹੇ ਭਾਈ ਇੱਧਰ ਮੇਰੇ ਨਾਲ ਚੱਲੋ ਖੇਤਾਂ ਦੇ ਵਿੱਚ, ਅਸੀਂ ਕੁਝ ਤੁਹਾਡੇ ਕੋਲੋਂ ਸਮਾਨ ਲੈਣਾ ਹੈ। ਔਰ ਉਹ ਵਪਾਰੀ ਚੱਲ ਕੇ ਉਧਰ ਨੂੰ ਆ ਗਿਆ ਜਿੱਧਰ ਭਾਈ ਭਗਤੂ ਜੀ ਖੇਤਾਂ ਦੇ ਵਿੱਚ ਕੰਮ ਕਰਵਾ ਰਹੇ ਸਨ ਮਜ਼ਦੂਰਾਂ ਦੇ ਕੋਲੋਂ, ਤੇ ਵਪਾਰੀ ਵੀ ਉਧਰ ਹੀ ਆ ਗਿਆ ਹੈ। ਔਰ ਜਿਹੜਾ ਸਮਾਨ ਹੈ ਉਹਨੇ ਫਿਰ ਲਿਆ ਕਰਕੇ ਕੋਲ ਰੱਖ ਦਿੱਤਾ, ਜਿਸ ਤਰ੍ਹਾਂ ਭਾਈ ਭਗਤੂ ਜੀ ਨੇ ਜਿੱਥੇ ਕਿਹਾ ਹੈ। ਕਹਿਣ ਲੱਗੇ ਕਿ ਹੇ ਭਾਈ ਭਗਤੂ ਜੀ, ਹੁਣ ਇਹ ਜਿਹੜਾ ਵਪਾਰੀ ਹੈ ਇਲਾਕੇ ਦੇ ਵਿੱਚ ਇਹ ਜਾਣਦਾ ਹੈ ਕਿ ਭਾਈ ਭਗਤੂ ਜੀ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਸੇਵਕ ਹਨ ਔਰ ਇੱਥੇ ਸੇਵਾ ਕਰਵਾ ਰਹੇ ਹਨ, ਤੇ ਭਾਈ ਭਗਤੂ ਜੀ ਦਾ ਬਹੁਤ ਵੱਡਾ ਮਾਣ ਸਨਮਾਨ ਹੈ। ਹੁਣ ਇਹ ਭਾਈ ਭਗਤੂ ਜੀ ਨੇ ਉਸ ਵਪਾਰੀ ਨੂੰ, ਉਸ ਫੇਰੀ ਵਾਲੇ ਨੂੰ ਕੋਲ ਲੈ ਕਰਕੇ ਆਏ। ਚਾਹੋ ਸੋ ਲੇਹੋ ਮੋਲ ਮੁਝ ਦੀਜੈ, ਇਹ ਭਾਈ ਭਗਤੂ ਜੀ ਜੋ ਲੈਣਾ ਹੈ ਲੈ ਲਓ ਤੇ ਸਾਨੂੰ ਉਹਦਾ ਮੁੱਲ ਦੇ ਦਵੋ ਜੀ। ਔਰ ਜਿਹੜਾ ਆਪਣਾ ਕਾਰਜ ਹੈ ਉਹ ਤੁਸੀਂ ਸਵਾਰ ਲਓ, ਜੋ ਚਾਹੀਦਾ ਹੈ ਲੈ ਲਵੋ ਜੀ। ਔਰ ਫਿਰ ਭਾਈ ਭਗਤੂ ਜੀ ਨੇ ਇਸ ਤਰ੍ਹਾਂ ਉਹ ਜਿਹੜਾ ਫੇਰੀ ਵਾਲਾ ਹੈ ਉਸ ਨੂੰ ਕਿਹਾ ਹੈ। ਕਹਿਣ ਲੱਗੇ ਗੁਰੂ ਕੇ ਸੇਵਾਦਾਰ, ਗੁਰੂ ਘਰ ਵਾਸਤੇ ਇਹ ਸਾਰੇ ਲੱਗੇ ਹੋਏ ਹਨ। ਗੁਰ ਕਾਮੇ ਇਹ ਕਰਤ ਆਹਾਰਾ, ਕਹਿਣ ਲੱਗੇ ਗੁਰੂ ਘਰ ਵਾਸਤੇ ਇਹ ਸਾਰੇ ਕਾਰਜ ਚੱਲ ਰਹੇ ਹਨ। ਔਰ ਇਹਨਾਂ ਦੀ ਇੱਛਾ ਹੈ ਕਿ ਅਸੀਂ ਪ੍ਰਸ਼ਾਦਾ ਘਿਓ ਦੇ ਨਾਲ ਛਕਣਾ ਹੈ, ਕੋਈ ਇਸ ਤਰ੍ਹਾਂ ਦੀ ਚੀਜ਼ ਹੋਵੇ। ਸੇਵਾਦਾਰ ਹਨ ਔਰ ਇਹਨਾਂ ਦੀ ਇਸ ਤਰ੍ਹਾਂ ਦੀ ਇੱਛਾ ਸੀ, ਤਾਂ ਮੈਂ ਤੁਹਾਨੂੰ ਲੈ ਕਰਕੇ ਆਇਆ ਹਾਂ। ਔਰ ਇਹਨਾਂ ਨੂੰ ਇਹਨਾਂ ਦੀ ਇੱਛਾ ਮੁਤਾਬਕ ਕੁਝ ਜਿਹੜਾ ਘਿਓ ਉਹ ਸਾਨੂੰ ਦਿੱਤਾ ਜਾਏ, ਬਾਅਦ ਵਿੱਚ ਅਸੀਂ ਤੁਹਾਨੂੰ ਧਨ ਦੇ ਦੇਵਾਂਗੇ, ਜੋ ਹਿਸਾਬ ਕਿਤਾਬ ਬਣੇਗਾ ਉਹ ਲੈ ਲਿਓ। ਇਸ ਤਰ੍ਹਾਂ ਭਾਈ ਭਗਤੂ ਜੀ ਨੇ ਉਸ ਵਪਾਰੀ ਨੂੰ ਕਿਹਾ ਹੈ। ਔਰ ਉਹ ਜਿਹੜਾ ਵਪਾਰੀ ਹੈ ਉਹਨੇ ਭਾਈ ਭਗਤੂ ਜੀ ਦੇ ਅੱਗੇ ਉਹ ਜਿਹੜੀ ਕੁੱਪੀ ਹੈ, ਉਹ ਭਾਂਡਾ ਜਿਹੜਾ ਘਿਓ ਵਾਲਾ ਹੈ ਉਹ ਅੱਗੇ ਰੱਖ ਦਿੱਤਾ ਹੈ। ਭਾਈ ਭਗਤੂ ਜੀ ਦੇ ਲਿਆ ਕਰਕੇ ਕੋਲ ਧਰ ਦਿੱਤਾ ਹੈ। ਇੱਕ ਪਲੀ ਭਰੀ ਕਰ ਧਾਰੀ। ਔਰ ਫਿਰ ਭਾਈ ਭਗਤੂ ਜੀ ਨੇ ਇੱਕ ਇੱਕ ਪਿਆਲਾ ਭਰ ਕੇ ਸਾਰਿਆਂ ਨੂੰ ਘਿਓ ਵਰਤਾਇਆ ਹੈ। ਜਿਤਨੇ ਵੀ ਕੰਮ ਕਰ ਰਹੇ ਹਨ, ਖੇਤਾਂ ਦੇ ਵਿੱਚ ਲੱਗੇ ਹੋਏ ਹਨ, ਸਾਰਿਆਂ ਨੂੰ ਪ੍ਰਸ਼ਾਦੇ ਦੇ ਨਾਲ ਘਿਓ ਜਿਹੜਾ ਹੈ ਉਹ ਵਰਤਾਇਆ ਗਿਆ ਹੈ। ਤੇ ਸਾਰੇ ਉਸ ਵੇਲੇ ਪ੍ਰਸ਼ਾਦਾ ਛਕ ਕੇ ਬਹੁਤ ਖੁਸ਼ ਹੋਏ, ਪ੍ਰਸੰਨ ਹੋਏ ਕਿ ਭਾਈ ਭਗਤੂ ਜੀ ਨੇ ਸਾਡੀ ਇੱਛਾ ਪੂਰੀ ਕੀਤੀ ਹੈ।
ਤੇ ਘਿਓ ਖਾ ਖਾ ਕੇ ਖੁਸ਼ ਹੋ ਰਹੇ ਹਨ। ਪੀ ਵਿਖੇ ਕੁਸ਼ਟ ਰਹਿ ਗਇਓ। ਹੁਣ ਉਹ ਜਿਹੜਾ ਭਾਂਡਾ ਸੀਗਾ ਘਿਓ ਵਾਲਾ, ਉਹਦਾ ਕੁਛ ਕੁ ਭਾਗ ਜਿਹੜਾ ਉਹ ਭਰਿਆ ਹੈ, ਕਹਿਣ ਤੋਂ ਬਾਅਦ ਬਹੁਤ ਜ਼ਿਆਦਾ ਖਾਲੀ ਹੋ ਚੁੱਕਾ ਹੈ। ਘਿਓ ਥੋੜਾ ਜਿਹਾ ਉਸ ਭਾਂਡੇ ਦੇ ਵਿੱਚ ਬਚਿਆ ਹੋਇਆ ਹੈ। ਔਰ ਵਪਾਰੀ ਗਮਨਤ ਪਇਓ। ਤੇ ਉਹ ਭਾਂਡਾ ਲੈ ਕਰਕੇ, ਕੁੱਪੀ ਲੈ ਕਰਕੇ ਜਿਹੜਾ ਵਪਾਰੀ ਹੈ ਉਹ ਵਾਪਸ ਗਿਆ ਹੈ। ਸੌਦਾ ਆਜ ਵੇਚ ਮੈਂ ਆਊਂ। ਔਰ ਬਾਕੀ ਜਿਹੜਾ ਸੌਦਾ ਹੈ ਸਾਰਾ ਉਹਨੇ ਵੱਖਰੇ ਵੱਖਰੇ ਨਗਰਾਂ ਦੇ ਵਿੱਚ ਜਾ ਕਰਕੇ ਵੇਚਿਆ ਹੈ। ਅਗਲੇ ਦਿਵਸ ਮੋਲ ਮੈਂ ਪਾਊਂ। ਤੇ ਵਿਚਾਰ ਕਰਦਾ ਹੈ ਕਿ ਕੱਲ ਨੂੰ ਮੈਂ ਭਾਈ ਭਗਤੂ ਜੀ ਦੇ ਪਾਸੋਂ ਧਨ ਪੈਸੇ ਜਿਹੜੇ ਹਨ ਉਹ ਲੈ ਲਵਾਂਗਾ। ਬਾਕੀ ਉਹਨੇ ਗੇੜਾ ਲਾਇਆ ਹੈ, ਬਾਕੀ ਵੀ ਸਮਾਨ ਵੇਚਣ ਵਾਸਤੇ ਗਿਆ ਹੈ। ਸੰਧਿਆ ਲੱਗ ਫਿਰ ਕੇ ਘਰ ਗਇਓ। ਔਰ ਸ਼ਾਮ ਦੇ ਵੇਲੇ ਫਿਰ ਉਹ ਵਪਾਰੀ ਜਿਹਦਾ ਨਾਮ ਇਤਿਹਾਸ ਦੇ ਵਿੱਚ ਭਾਈ ਸੰਗਤ ਜੀ ਹੈ, ਉਹ ਹੁਣ ਗੇੜੀ ਲਾ ਕਰਕੇ ਵਾਪਸ ਸ਼ਾਮ ਦੇ ਵੇਲੇ ਆਪਣੇ ਘਰ ਦੇ ਵਿੱਚ ਪਹੁੰਚਿਆ ਹੈ। ਕਪੀਤ ਮੈਂ ਸੋ ਲਖ ਲਇਓ। ਔਰ ਇੱਕ ਕਿੱਲੀ ਦੇ ਉੱਪਰ ਜਿਹੜੀ ਤਣੀ ਹੈ ਉਹ ਕੁੱਪੀ ਵਾਲੀ ਜਿਹੜੀ ਟੰਗੀ ਹੈ, ਇੱਕ ਜਗ੍ਹਾ ਤੇ ਜਾ ਕਰਕੇ ਕੁੱਪੀ ਨੂੰ ਰੱਖਿਆ ਹੈ। ਵੀ ਤਾਂ ਸਾਥ ਲੜਕਾਈ। ਔਰ ਹੁਣ ਕੁੱਪੀ ਲਟਕਾ ਕੇ ਤੇ ਮਨ ਦੇ ਵਿੱਚ ਵਿਚਾਰ ਕਰਦਾ ਹੈ ਮੈਂ ਵਿਚਾਰ ਠਹਿਰਾਈ। ਕਿ ਹੁਣ ਕੱਲ ਵਾਲੇ ਦਿਨ ਵਿਚਾਰ ਕੀਤਾ ਕਿ ਧਨ ਜਿਹੜਾ ਹੈ ਗੁਰੂ ਕੇ ਪਿਆਰੇ ਦੇ ਪਾਸੋਂ ਪ੍ਰਾਪਤ ਕਰਾਂਗਾ। ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰਦਾ ਹੈ, ਬੋਲਿਓ ਹੁਕਮ ਪ੍ਰਥਮ ਕ੍ਰਿਤ ਮੇਰਾ। ਮੈਂ ਕੱਲ ਜਦੋਂ ਭਾਂਡਾ ਘਿਓ ਵਾਲਾ ਲੈ ਕੇ ਤੁਰਿਆ ਸੀਗਾ ਤੇ ਮੈਂ ਤੋਲਿਆ ਸੀਗਾ, ਮਾਪਿਆ ਸੀਗਾ ਕਿਤਨਾ ਹੈ, ਭਾਂਡਾ ਕਿੰਨਾ ਕੋ ਭਰਿਆ ਸੀਗਾ, ਮੈਂ ਦੇਖ ਕੇ ਚੱਲਿਆ ਸਾਂ। ਤੂਲੀਨ ਜਿਤ ਕਿਤ ਸਵੇਰਾ। ਔਰ ਜਿੰਨਾ ਕੋ ਵਿੱਚੋਂ ਘਿਓ ਗੁਰੂ ਕੇ ਸੇਵਕ ਭਾਈ ਭਗਤੂ ਜੀ ਨੇ ਲਿਆ ਹੈ। ਪ੍ਰਭਾਤ ਕੋ ਤੋਲਨ ਕਰਕੇ। ਤੇ ਮੈਂ ਉਹ ਜਿਹੜਾ ਭਾਂਡਾ ਹੈ ਸੁਬਾਹ ਉੱਠ ਕੇ ਤੋੜ ਲਵਾਂਗਾ ਕਿ ਕਿੰਨਾ ਕੋ ਘਟਿਆ ਹੈ, ਤੇ ਉਸੇ ਹਿਸਾਬ ਦੇ ਨਾਲ ਜਾ ਕਰਕੇ ਭਾਈ ਭਗਤੂ ਜੀ ਤੋਂ ਪੈਸੇ ਮੰਗ ਲਵਾਂਗਾ ਜਦੋਂ ਅੱਜ ਜਾਵਾਂਗਾ। ਤੇ ਦਿਨੇ ਉੱਠ ਕੇ ਮੈਂ ਸਾਰਾ ਕੁਝ ਚੰਗੀ ਤਰ੍ਹਾਂ ਹਿਸਾਬ ਲਾਵਾਂਗਾ। ਤੋਲਿਓ ਸੋ ਲਿਓ ਵਿਚਰ ਕੇ। ਜਿੰਨਾ ਉਹਨਾਂ ਨੇ ਇਹ ਸੌਦਾ ਲਿਆ ਹੈ, ਘਿਓ ਲਿਆ ਹੈ, ਉਤਨੀ ਉਹਨਾਂ ਦੇ ਕੋਲੋਂ ਭੇਟਾ ਪੈਸਾ ਲਵਾਂਗਾ। ਜਿਨ ਮਨ ਮੈਂ ਸੁਭਤਿਓ ਰਾਤੀ। ਔਰ ਉਹ ਜਿਹੜਾ ਫੇਰੀ ਵਾਲਾ ਹੈ, ਵਪਾਰੀ ਹੈ ਛੋਟਾ ਜਿਹਾ, ਉਸ ਵਿਚਾਰ ਕਰਕੇ ਤੇ ਇਸ ਤਰ੍ਹਾਂ ਰਾਤ ਉਸਨੇ ਘਰ ਦੇ ਵਿੱਚ ਜਾ ਕਰਕੇ ਬਤੀਤ ਕੀਤੀ ਹੈ। ਭਇਓ ਹੋਈ ਜਬ ਪ੍ਰਾਤੀ। ਦਿਨ ਚੜ੍ਹਿਆ ਹੈ, ਉੱਠਿਆ ਹੈ, ਵਿਚਾਰ ਕਰਦਾ ਹੈ ਕਿ ਸੌਦਾ ਤੋਲਾਂ, ਕੱਲ ਜਿੰਨਾ ਕੋ ਘਟਿਆ ਸੀਗਾ ਉਹਨਾਂ ਕੋ ਗੁਰੂ ਕੇ ਸੇਵਕ ਦੇ ਕੋਲੋਂ ਜਾ ਕਰਕੇ ਅੱਜ ਪੈਸਾ ਲੈ ਲਵਾਂਗਾ। ਉੱਠ ਕੇ ਦਿਨੇ ਵਿਚਾਰ ਕਰਦਾ ਹੈ ਵੀ ਤੋਲਨ ਹੇਤ ਉਤਾਰੀ। ਔਰ ਕੁੱਪੀ ਨੂੰ ਤੋਲਣ ਵਾਸਤੇ ਉਸ ਕਿੱਲੇ ਤੋਂ ਉੱਪਰੋਂ ਥੱਲੇ ਲਾਉਂਦਾ ਹੈ। ਮੁਖ ਖੋਲਿਓ ਜਬੈ ਨਿਹਾਰੀ। ਔਰ ਉਹਦਾ ਮੂੰਹ ਖੋਲ ਕੇ ਤੇ ਜਦੋਂ ਉਸ ਭਾਂਡੇ ਦੇ ਵਿੱਚ ਦੇਖਦਾ ਹੈ ਹਰੀ ਬੁੱਧੀ ਚੇਤਕ ਤਬ ਦੀਨੋ। ਤੇ ਹੈਰਾਨ ਰਹਿ ਗਿਆ ਕਿ ਜਿਤਨੀ ਕੱਲ ਭਰੀ ਹੋਈ ਸੀਗੀ, ਜਿਸ ਤਰ੍ਹਾਂ ਮੈਂ ਕੱਲ ਘਰ ਦੇ ਵਿੱਚੋਂ ਲੈ ਕੇ ਗਿਆ ਸਾਂ, ਜੇਤਕ ਭਰੀ ਹੋਤੀ ਜੇਤਕ ਤਬ ਦੀਨੋ, ਜਿੰਨੀ ਮੈਂ ਕੱਲ ਭਰੀ ਹੋਈ ਨਾਲ ਲੈ ਕੇ ਗਿਆ ਸਾਂ। ਗੁਰ ਕੇ ਸਿੱਖਨ ਖਾਏ ਸੋ ਲੀਨੋ। ਔਰ ਗੁਰੂ ਕੇ ਸਿੱਖਾਂ ਨੇ ਉੱਥੇ ਬੈਠ ਕੇ ਵੱਡੀ ਗਿਣਤੀ ਦੇ ਵਿੱਚ ਬੈਠੇ ਹੋਏ ਸਨ, ਉਹਨਾਂ ਨੂੰ ਵਰਤਾਇਆ ਗਿਆ ਹੈ, ਉਹਨਾਂ ਨੇ ਵੀ ਛਕਿਆ ਹੈ। ਭਰੀ ਮੁਖ ਲੋ ਤਿਨ ਹੈਰੀ। ਪਰ ਸਾਰੇ ਸਿੱਖਾਂ ਨੇ ਭਾਈ ਭਗਤੂ ਜੀ ਨੇ ਵਰਤਾਇਆ ਹੈ ਤੇ ਸਾਰੇ ਸਿੱਖਾਂ ਨੇ ਘਿਓ ਛਕਿਆ ਹੈ। ਪਰ ਇਹ ਕੁੱਪੀ ਦੇ ਵਿੱਚ ਤਾਂ ਓਨਾ ਹੀ ਘਿਓ ਹੈ ਜਿੰਨਾ ਕੱਲ ਮੈਂ ਲੈ ਕਰਕੇ ਗਿਆ ਸੀ, ਘਟਿਆ ਹੀ ਨਹੀਂ ਹੈ। ਕਮਾਲ ਹੋ ਗਈ, ਹੱਦ ਹੋ ਗਈ। ਜਿਹੜਾ ਵਪਾਰੀ ਹੈ ਉਹ ਇਹ ਕੌਤਕ ਦੇਖ ਕੇ ਹੈਰਾਨ ਰਹਿ ਗਿਆ। ਮੈਂ ਸੋਚਦਾ ਸੀਗਾ ਕੱਲ ਦੇਖਿਆ ਸੀਗਾ ਕੁੱਪੀ ਦੇ ਵਿੱਚੋਂ ਘਿਓ ਬਹੁਤ ਘਟ ਗਿਆ ਸੀਗਾ, ਪਰ ਇਹ ਕੀ ਬੜਿਆ। ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਵਿਚਾਰਾਂ ਵਿਚਾਰਦਾ ਹੈ ਔਰ ਬੁੱਧ ਕੰਮ ਨਹੀਂ ਕਰ ਰਹੀ, ਹੈਰਾਨ ਰਹਿ ਗਿਆ ਹੈ ਇਹ ਕੀ ਭਾਣਾ ਵਾਪਰਿਆ ਹੈ। ਆਪਣੇ ਹੱਥੀਂ ਤਾਂ ਮੈਂ ਲੈ ਕਰਕੇ ਆਇਆ ਸੀ ਤੇ ਗੁਰੂ ਕੇ ਸੇਵਕ ਨੇ ਭਾਈ ਭਗਤੂ ਜੀ ਨੇ ਸਾਰਿਆਂ ਨੂੰ ਭਰ ਭਰ ਕੇ ਪਿਆਲੇ ਘਿਓ ਦੇ ਵਰਤਾਏ ਸਨ ਤੇ ਕਿੰਨਾ ਘਿਓ ਘਟ ਗਿਆ ਸੀਗਾ। ਮਨ ਦੇ ਵਿੱਚ ਹੈਰਾਨ ਹੋਇਆ ਹੈ।
ਕਿਸੇ ਤਰ੍ਹਾਂ ਦੀ ਸਮਝ ਨਹੀਂ ਆ ਰਹੀ ਹੈ। ਕਿਆ ਭਇਓ ਨਾ ਜਾਣਿਓ ਜਾਏ। ਹੈਰਾਨ ਹੋ ਗਿਆ ਕਿ ਮੇਰੀ ਸਮਝ ਦੇ ਵਿੱਚ ਨਹੀਂ ਆ ਰਿਹਾ ਕਿ ਗੁਰੂ ਕੇ ਸਿੱਖ ਭਾਈ ਭਗਤੂ ਜੀ ਦੇ ਹੱਥ ਦੇ ਵਿੱਚ ਪਤਾ ਨਹੀਂ ਕਿੰਨੀ ਕੋ ਬਰਕਤ ਹੈ, ਕੈਸੀ ਉਹਨਾਂ ਦੀ ਸੇਵਾ ਹੈ, ਕੈਸੀ ਉਹਨਾਂ ਦਾ ਜੀਵਨ ਹੈ, ਔਰ ਇਹਨੂੰ ਕੋਈ ਸਮਝ ਹੀ ਨਹੀਂ ਆ ਰਹੀ। ਦੇਖ ਕੇ ਹੈਰਾਨ ਰਹਿ ਰਿਹਾ ਹੈ। ਔਰ ਕਹਿਣ ਲੱਗੇ ਉੱਥੇ ਮੇਰੇ ਸਾਹਮਣੇ ਤਾਂ ਬੈਠ ਕੇ ਸਾਰਿਆਂ ਨੇ ਘਿਓ ਛਕਿਆ ਹੈ ਤੇ ਥੋੜਾ ਬਾਕੀ ਜਿਹੜਾ ਬਚਿਆ ਸੀ ਉਹ ਮੈਂ ਆਪਣੇ ਹੱਥੀਂ ਲੈ ਕਰਕੇ ਆਇਆ ਹਾਂ। ਪਰ ਮੇਰੇ ਮਨ ਦੇ ਵਿੱਚ ਵਿਚਾਰ ਨਹੀਂ ਆ ਰਿਹਾ ਕਿ ਇਹ ਹੋਇਆ ਕੀ ਹੈ। ਮੈਂ ਤਾਂ ਇਹਦੇ ਵਿੱਚ ਘਿਓ ਪਾਇਆ ਨਹੀਂ, ਘਿਓ ਆ ਕਿੱਥੋਂ ਗਿਆ ਹੈ। ਔਰ ਕੁਝ ਸਮਾਂ ਉੱਥੇ ਬੈਠ ਕੇ ਇਸ ਗੱਲ ਨੂੰ ਉਹ ਵਪਾਰੀ ਵਿਚਾਰਦਾ ਰਿਹਾ ਹੈ। ਔਰ ਮਨ ਦੇ ਵਿੱਚ ਹੁਣ ਸੋਚਦਾ ਹੈ ਕਿ ਮੈਂ ਗੁਰੂ ਕੇ ਪਿਆਰੇ ਭਾਈ ਭਗਤੂ ਜੀ ਤੋਂ ਤਾਂ ਹੀ ਤਾਂ ਧਨ ਲਵਾਂਗਾ ਜੇ ਘਿਓ ਘਟਿਆ ਹੁੰਦਾ। ਘਿਓ ਤੋਲਦਾ, ਘਿਓ ਘਟਦਾ ਤੇ ਉਹਨੇ ਜਾ ਕੇ ਉਹਨੂੰ ਦੱਸਦਾ ਕਿ ਇੰਨੇ ਸੇਰ ਜਾਂ ਇੰਨੇ ਕਿਲੋ ਘਟਿਆ ਹੈ, ਉਹਦੇ ਪੈਸੇ ਲੈਂਦਾ ਜਾ ਕਰਕੇ। ਪਰ ਹੁਣ ਮੈਂ ਕੀ ਕਰਾਂ ਕਿ ਕੁੱਪੀ ਜਿਹੜੀ ਹੈ ਇਹ ਤਾਂ ਉਸੇ ਤਰ੍ਹਾਂ ਹੀ ਲੱਪਾ ਲੱਪ ਭਰੀ ਹੋਈ ਹੈ। ਇਹ ਸਾਰਾ ਕੁਝ ਦੇਖ ਕੇ ਉਹ ਹੈਰਾਨ ਹੋਇਆ ਹੈ। ਲਖਿਓ ਪ੍ਰਤਾਪ ਕਰਤ ਭਾ ਨਮੋ, ਮਨ ਦੇ ਵਿੱਚ ਆਖਰ ਸੋਚਿਆ ਹੈ ਕਿ ਉਹ ਭਾਈ ਭਗਤੂ ਜੀ ਗੁਰੂ ਘਰ ਦੇ ਅਨਨ ਪਿਆਰੇ ਸੇਵਕ ਹਨ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਹੈ। ਔਰ ਇਹ ਉਹਨਾਂ ਦਾ ਪ੍ਰਤਾਪ ਹੈ, ਅਜ਼ਮਤ ਹੈ, ਉਹਨਾਂ ਦੀ ਵਡਿਆਈ ਹੈ। ਤੇ ਉਹ ਜਿਹੜਾ ਵਪਾਰੀ ਹੈ ਲਖਿਓ ਪ੍ਰਤਾਪ ਕਰਤ ਭਾ ਨਮੋ, ਉੱਥੋਂ ਹੀ ਹੱਥ ਜੋੜੇ, ਹੇ ਭਾਈ ਭਗਤੂ ਜੀ ਤੁਹਾਡੀ ਵੱਡੀ ਅਜ਼ਮਤ ਹੈ, ਤੁਸੀਂ ਮਹਾਨ ਸਿੱਖ ਹੋ। ਔਰ ਉਸੇ ਵੇਲੇ ਫੇਰੀ ਲਾਉਣੀ ਛੱਡ ਕੇ ਤੇ ਇਹ ਜਿਹੜਾ ਵਪਾਰੀ ਹੈ ਚੱਲ ਕਰਕੇ ਭਾਈ ਭਗਤੂ ਜੀ ਦੇ ਕੋਲ ਪਹੁੰਚਿਆ ਹੈ। ਔਰ ਜਾ ਕਰਕੇ ਚਰਨਾਂ ਤੇ ਡਿੱਗ ਪਿਆ। ਚਰਨਾਂ ਨੂੰ ਜਾ ਕਰਕੇ ਭਾਈ ਭਗਤੂ ਜੀ ਦੇ ਚਰਨਾਂ ਨੂੰ ਸਪਰਸ਼ ਕੀਤਾ। ਗਾਹੇ ਚਰਨ ਕਹਿ ਬਿਨੇ ਵਿਸਾਲਾ, ਹੱਥ ਜੋੜੇ ਹਨ। ਔਰ ਭਾਈ ਭਗਤੂ ਜੀ ਨੇ ਵਾਰ-ਵਾਰ ਇਹ ਵਪਾਰੀ ਬੇਨਤੀ ਕਰਦਾ ਹੈ ਔਰ ਹੇ ਭਾਈ ਭਗਤੂ ਜੀ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਮੈਂ ਤੁਹਾਡੀ ਅਜ਼ਮਤ ਦੇਖ ਕੇ ਹੈਰਾਨ ਰਹਿ ਗਿਆ ਹਾਂ, ਵਿਸਮਾਦ ਹੋ ਗਿਆ ਹਾਂ। ਕਹਿਣ ਲੱਗੇ ਕਿ ਮੈਂ ਹੁਣ ਹੇ ਭਾਈ ਭਗਤੂ ਜੀ ਤੁਹਾਡੇ ਚਰਨਾਂ ਦੇ ਵਿੱਚ ਆਇਆ ਹਾਂ ਔਰ ਤੁਸੀਂ ਬੜੇ ਮਹਾਨ ਹੋ। ਦੇਖਣ ਨੂੰ ਭਾਵੇਂ ਜੀਵਨ ਸਾਦਾ ਹੈ ਪਰ ਤੁਸੀਂ ਬੜੀ ਕਰਮਤ ਦੇ, ਬੜੀ ਅਜ਼ਮਤ ਦੇ ਮਾਲਕ ਹੋ। ਤੁਮ ਗਹੀਰ ਆਸ਼ਾ ਅਤ ਉੱਚਾ, ਤੁਹਾਡਾ ਜੀਵਨ, ਤੁਹਾਡੀ ਅਵਸਥਾ ਕਿਤੇ ਉੱਚੀ ਹੈ। ਔਰ ਮੇਰਾ ਜਿਹੜਾ ਪ੍ਰੇਮ ਹੈ, ਮੇਰਾ ਜਿਹੜਾ ਮਨ ਹੈ ਉਹ ਤੁਹਾਡੇ ਚਰਨਾਂ ਦੇ ਵਿੱਚ ਪਤੀਜ ਗਿਆ ਹੈ, ਜੁੜ ਗਿਆ ਹੈ। ਮੈਂ ਇੱਕ ਖਿੰਨ ਤੁਹਾਡੇ ਤੋਂ ਕੁਰਬਾਨ ਆ। ਇਹ ਭਾਈ ਭਗਤੂ ਜੀ ਅਨਰਾਗਿਓ ਮੈਂ ਤੁਹਾਡੇ ਪ੍ਰੇਮ ਦੇ, ਤੁਹਾਡੇ ਚਰਨਾਂ ਦੇ ਵਿੱਚ ਮਗਨ ਹੋ ਗਿਆ ਹਾਂ। ਤਿਆਗਿਓ ਨਾਹੀ, ਹੁਣ ਮੈਂ ਤੁਹਾਡੇ ਚਰਨਾਂ ਨੂੰ ਛੱਡਾਂਗਾ ਨਹੀਂ। ਮੈਨੂੰ ਆਪਣਾ ਸਿੱਖ ਬਣਾ ਲਓ, ਮੈਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਜੀ। ਔਰ ਮੈਨੂੰ ਸਿੱਖ ਬਣਾ ਲਓ ਤੇ ਮੈਨੂੰ ਆਪਣੇ ਕੋਲ ਰੱਖ ਕੇ ਮੈਨੂੰ ਵੀ ਸੇਵਾ ਬਖਸ਼ੋ। ਮੈਂ ਤੁਹਾਡੇ ਕੋਲ ਰਹਿਣਾ ਚਾਹੁੰਦਾ ਹਾਂ। ਇਹਨਾਂ ਸਿੱਖਾਂ ਦੀ ਤਰ੍ਹਾਂ ਮੈਂ ਵੀ ਸੇਵਾ ਕਮਾਉਣੀ ਚਾਹੁੰਦਾ ਹਾਂ। ਭਾਈ ਭਗਤੂ ਜੀ ਨੇ ਉਸ ਸੇਵਕ ਦੇ ਬਚਨ ਸੁਣੇ। ਭਾਈ ਸੁਣ ਕਰ ਭਗਤੂ ਬਾਕ ਉਚਾਰਾ, ਤੇ ਇਸ ਤਰ੍ਹਾਂ ਉਹਨੂੰ ਕਹਿਣ ਲੱਗੇ ਹਨ। ਕਹਿਣ ਲੱਗੇ ਕਿ ਭਾਈ ਮੈਂ ਕੀ ਹਾਂ, ਮੇਰੇ ਕੋਲ ਕੀ ਹੈ, ਮੇਰੇ ਕੋਲ ਤਾਂ ਕੁਛ ਵੀ ਨਹੀਂ। ਮੈਂ ਤਾਂ ਆਪ ਤੇਰੇ ਵਾਂਗ ਇੱਕ ਨਿਮਾਣਾ ਜਿਹਾ ਸੇਵਕ ਹਾਂ। ਕਹਿਣ ਲੱਗੇ ਸ਼੍ਰੀ ਸਤਿਗੁਰ ਹੈ ਪੁਰਖ ਉਧਾਰਾ, ਸਾਡਾ ਜਿਹੜਾ ਸਾਰਿਆਂ ਦਾ ਮਾਲਕ ਹੈ ਨਾ, ਉਹ ਇਸ ਸਮੇਂ ਹੈ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ, ਜਿਨ੍ਹਾਂ ਦੀ ਸੇਵਾ ਦੇ ਵਿੱਚ ਮੈਂ ਲੱਗਿਆ ਹਾਂ। ਔਰ ਉਹ ਸਤਿਗੁਰੂ ਜੀ ਤਾਂ
ਮਹਾਰਾਜਿਆਂ ਦੇ ਮਹਾਰਾਜੇ, ਰਾਜਿਆਂ ਦੇ ਰਾਜੇ, ਉਹਨਾਂ ਦੀ ਵੱਡੀ ਗੱਲ ਹੈ। ਮਹਾਰਾਜ ਰਾਜਨ ਕੋ ਰਾਜਾ, ਉਹ ਤਾਂ ਰਾਜਿਆਂ ਦੇ ਰਾਜੇ ਹਨ। ਤੀਨ ਲੋਕ ਸਿਰ ਤਾਜਾ, ਔਰ ਤਿੰਨਾਂ ਲੋਕਾਂ ਦੇ ਵਿੱਚ ਉਹਨਾਂ ਦਾ ਹੁਕਮ ਚੱਲਦਾ ਹੈ, ਵੱਡਾ ਪ੍ਰਤਾਪ ਹੈ। ਮੈਂ ਤਾਂ ਆਪ ਨਿਵਾਣਾ ਜਾਂ ਉਹਨਾਂ ਦੇ ਚਰਨਾਂ ਦਾ ਭੌਰਾ ਹਾਂ। ਕੇ ਹਮ ਸਮਾਨ ਪ੍ਰਧਾਨ, ਔਰ ਉਹ ਵੱਡੇ ਮਹਾਰਾਜੇ ਹਨ ਤੇ ਉਹਨਾਂ ਨੇ ਅੱਗੇ ਅੱਗੇ ਜਿਸ ਤਰ੍ਹਾਂ ਛੋਟੇ ਛੋਟੇ ਕੋਈ ਪ੍ਰਬੰਧਕ ਥਾਪੇ ਹੁੰਦੇ ਨਾ, ਅੱਗੇ ਕੋਈ ਪ੍ਰਧਾਨ ਥਾਪ ਦਿੱਤਾ, ਕੋਈ ਕੁਛ ਥਾਪ ਦਿੱਤਾ, ਕੋਈ ਕੁਛ। ਅਸੀਂ ਤਾਂ ਉਹਨਾਂ ਦੇ ਸਮਾਨ ਬਿਲਕੁਲ ਛੋਟੇ ਜਿਹੇ, ਸਾਡੇ ਕੋਲ ਬਹੁਤੀ ਕੋਈ ਵੱਡੀ ਸਮਰੱਥਾ ਨਹੀਂ ਹੈ। ਸਮ ਸੈਨਿਕ ਕੇ ਸੁਭਟ ਮਹਾਨ, ਔਰ ਜਿਸ ਤਰ੍ਹਾਂ ਸੈਨਾ ਦੇ ਵਿੱਚ ਕੁਝ ਸੈਨਾਪਤੀ ਹੁੰਦੇ ਹਨ ਤੇ ਉਹਨਾਂ ਦੇ ਉੱਪਰ ਹੋਰ ਕੁਝ ਹੁੰਦੇ ਹਨ, ਉਹਨਾਂ ਦੇ ਉੱਪਰ ਜਾ ਕਰਕੇ, ਮੰਤਰੀਆਂ ਦੇ ਉੱਪਰ ਜਾ ਕਰਕੇ, ਵਜ਼ੀਰਾਂ ਦੇ ਉੱਪਰ ਜਾ ਕਰਕੇ ਰਾਜੇ ਮਹਾਰਾਜੇ ਹੁੰਦੇ ਹਨ। ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੀ ਮਹਿਮਾ ਇਹੋ ਜਿਹੀ ਹੈ ਤੇ ਅਸੀਂ ਤਾਂ ਅਗਾਂਹ ਦੀ ਅਗਾਂਹ ਸੇਵਕਾਂ ਦੇ ਸੇਵਕ ਹਾਂ। ਭਾਈ ਭਗਤੂ ਜੀ ਨੇ ਇਸ ਤਰ੍ਹਾਂ ਉਹ ਜਿਹੜਾ ਵਪਾਰੀ ਹੈ ਉਹਨੂੰ ਬੇਨਤੀ ਕੀਤੀ ਹੈ। ਅਸ਼ਤ ਨਾ ਉਚਿਤ ਹਮਾਰੇ, ਔਰ ਸਤਿਗੁਰੂ ਜੀ ਦੇ ਸਾਹਮਣੇ ਕੋਈ ਸਾਡੇ ਨਾਲ ਜੁੜੇ, ਸਾਡੀ ਪੂਜਾ ਕਰੇ, ਇਹ ਚੰਗਾ ਨਹੀਂ ਹੈ, ਇਹ ਸ਼ੁਭਦਾ ਨਹੀਂ ਹੈ। ਸਾਡੇ ਸਾਰਿਆਂ ਦੇ ਮਾਲਕ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਹਨ। ਸਤਿਗੁਰ ਅਸ਼ਤ ਨਾ ਉਚਿਤ ਹਮਾਰੇ, ਤੁਸੀਂ ਸਾਡੇ ਚਰਨਾਂ ਦੇ ਨਾਲ ਜੁੜਨ ਦੀ ਗੱਲ ਕਰਦੇ ਹੋ। ਸਤਿਗੁਰਾਂ ਦੇ ਹੁੰਦਿਆਂ ਸਾਡੇ ਮਾਲਕ ਸਤਿਗੁਰੂ ਜੀ ਗੁਰੂ ਹਰਿਰਾਏ ਸਾਹਿਬ ਜੀ ਹਨ, ਔਰ ਉਹਨਾਂ ਦੇ ਹੁੰਦਿਆਂ ਸਾਡੇ ਨਾਲ ਕੋਈ ਜੁੜੇ, ਇਹ ਚੰਗਾ ਨਹੀਂ ਹੈ, ਇਹ ਭਲਾ ਨਹੀਂ ਹੈ। ਬਣਾਏ ਤੁਮੇ ਕਰਹਿ ਉਧਾਰਾ, ਔਰ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਲ ਜੁੜੋ, ਉਹ ਤੁਹਾਨੂੰ ਆਪਣੇ ਸੇਵਕ ਬਣਾ ਲੈਣਗੇ ਔਰ ਤੁਹਾਡਾ ਉਧਾਰ ਕਰ ਦੇਣਗੇ। ਜੇ ਜੁੜਨਾ ਹੈ ਨਾ, ਇਹ ਸਾਰੀਆਂ ਬਰਕਤਾਂ ਸਤਿਗੁਰਾਂ ਦੀਆਂ ਦਿੱਤੀਆਂ ਹੋਈਆਂ ਹਨ। ਇਹ ਗੁਰੂ ਮਿਹਰ ਕਰਦਾ ਹੈ, ਬਖਸ਼ਿਸ਼ ਕਰਦਾ ਹੈ। ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਜੀਵ ਦਾ ਭਲਾ ਕਰਨਾ ਹੁੰਦਾ ਹੈ, ਤਾਂ ਕੋਈ ਇਸ ਤਰ੍ਹਾਂ ਬਹਾਨਾ ਬਣਦਾ ਹੈ ਤੇ ਜੁੜਦਾ ਹੈ, ਆਉਂਦਾ ਹੈ। ਅਸਲ ਦੇ ਵਿੱਚ ਕਿਰਪਾ ਜਿਹੜੀ ਹੈ ਉਹ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੀ ਵਰਤ ਰਹੀ ਹੈ। ਰਾਮ ਸ਼ਰਨ ਅਬ ਸ੍ਰੀ ਹਰਿਰਾਏ, ਔਰ ਜੇ ਤੁਸੀਂ ਸਿੱਖ ਬਣਨਾ ਹੀ ਹੈ ਤੇ ਜਾਓ, ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਵਿਰਾਜਮਾਨ ਹਨ। ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੂੰ ਅਗਲੇ ਗੁਰੂ ਥਾਪ ਕੇ ਗਏ ਹਨ। ਜੇ ਸਿੱਖ ਬਣਨਾ ਹੀ ਹੈ ਨਾ ਤੇ ਜਾ ਕਰਕੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਬਣੋ ਜੀ। ਕਰੇ ਮੋਖ ਨਿਜ ਦਾਸ ਬਣਾਏ, ਔਰ ਉਹ ਆਪਣੇ ਚਰਨਾਂ ਦੇ ਨਾਲ ਜੋੜ ਕੇ ਤੁਹਾਡਾ ਉਧਾਰ ਕਰ ਦੇਣਗੇ ਤੇ ਮੁਕਤੀ ਦੀ ਦਾਤ, ਮੋਕਸ਼ ਦੀ ਦਾਤ ਤੁਹਾਨੂੰ ਪ੍ਰਾਪਤ ਹੋ ਜਾਏਗੀ। ਕਰ ਜੋਤ ਪਾਕ ਬਖਾਨਾ, ਔਰ ਇਸ ਤਰ੍ਹਾਂ ਫਿਰ ਸੇਵਕ ਦੇ ਕੋਲੋਂ ਬਚਨ ਸੁਣ ਕੇ ਉਹ ਜਿਹੜਾ ਵਪਾਰੀ ਹੈ ਹੱਥ ਜੋੜ ਕੇ ਭਾਈ ਭਗਤੂ ਜੀ ਨੂੰ ਬੇਨਤੀ ਕਰਦਾ ਹੈ। ਮੈਂ ਆਪੋ ਜਿਕਰਾਵਨ ਕੋ ਜਾਣਾ, ਕਹਿਣ ਲੱਗਿਆ ਕਿ ਹੇ ਭਾਈ ਭਗਤੂ ਜੀ, ਮੈਂ ਤਾਂ ਸਾਰਾ ਕੁਝ ਤੁਹਾਨੂੰ ਹੀ ਜਾਣਿਆ ਹੈ, ਮੈਂ ਤਾਂ ਤੁਹਾਡੀ ਅਜ਼ਮਤ ਤੱਕੀ ਹੈ, ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ, ਮੇਰੇ ਵਾਸਤੇ ਤਾਂ ਸਾਰਾ ਕੁਝ ਤੁਸੀਂ ਹੀ ਹੋ। ਕਹਿਣ ਲੱਗੇ ਕਿ ਮੈਂ ਅਬ ਇੱਕ ਰਾਵਰ ਕੋ ਜਾਣਾ, ਮੈਂ ਤਾਂ ਸਾਰਾ ਕੁਝ ਹੈ ਭਾਈ ਭਗਤੂ ਜੀ ਨੂੰ ਇਸ ਵੇਲੇ ਤੁਹਾਨੂੰ ਹੀ ਜਾਣਿਆ ਹੈ। ਗੁਰ ਨਿਤ ਚਲੋ ਲੈ ਸਾਥ, ਔਰ ਜੇ ਸਾਡੇ ਸਾਰਿਆਂ ਦੇ ਮਾਲਕ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਹਨ, ਤਾਂ ਹੇ ਭਾਈ ਭਗਤੂ ਜੀ, ਤੁਸੀਂ ਮੈਨੂੰ ਨਾਲ ਲੈ ਕਰਕੇ ਚੱਲੋ ਔਰ ਮੈਨੂੰ ਵੀ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੋੜ ਦਵੋ ਜੀ। ਚਰਨ ਕਮਲਨ ਪਰਮਾਤ, ਔਰ ਮੈਂ ਜਾ ਕਰਕੇ ਐਸੇ ਦੀਨ ਦਿਆਲ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੀਸ ਰੱਖਾਂਗਾ ਕੋ ਸਿੱਖ ਬਣਾਵੋ, ਔਰ ਉਹਨਾਂ ਨੂੰ ਬੇਨਤੀ ਕਰਾਂਗਾ, ਹੇ ਪਾਤਸ਼ਾਹ, ਮੈਨੂੰ ਵੀ ਜਿਸ ਤਰ੍ਹਾਂ ਇਹਨਾਂ ਸੇਵਕਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਸੇਵਾਵਾਂ ਬਖਸ਼ ਕੇ ਤੇ ਬੇਅੰਤ ਰਹਿਮਤਾਂ ਕੀਤੀਆਂ ਹਨ, ਬੇਅੰਤ ਅਜ਼ਮਤਾਂ ਦੇ ਮਾਲਕ ਹਨ, ਅਨੇਕਾਂ ਜੀਵਾਂ ਨੂੰ ਤਾਰਨ ਦੀ ਇਹ ਸਮਰੱਥਾ ਰੱਖਦੇ ਹਨ। ਹੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ, ਮੈਨੂੰ ਵੀ ਆਪਣਾ ਸੇਵਕ ਬਣਾ ਲਵੋ ਜੀ। ਜਨਮ ਕੋ ਕਸ਼ਟ ਮਿਟਾਵੋ,
ਔਰ हे ਸਤਿਗੁਰੂ ਜੀ ਅਨੇਕਾਂ ਜਨਮਾਂ ਦੇ ਕਸ਼ਟ ਮਿਟਾ ਦਵੋ ਜੀ। ਭਇਓ ਦਇਆਲ ਭਗਤੁ ਤਿਸ ਕਾਲ। ਔਰ ਉਸ ਵੇਲੇ ਭਾਈ ਭਗਤੂ ਜੀ ਭਇਓ ਦਿਆਲ ਭਗਤੂ ਤਿਸ ਕਾਲ, ਭਾਈ ਭਗਤੂ ਜੀ ਉਸ ਵਪਾਰੀ ਦੇ ਉੱਪਰ ਖੁਸ਼ ਹੋਏ, ਪ੍ਰਸੰਨ ਹੋਏ ਹਨ ਲੇਕਰ ਚਲਿਓ ਆਪਣੇ ਨਾਲ। ਔਰ ਉਸ ਵਪਾਰੀ ਨੂੰ ਨਾਲ ਲਿਆ। ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ ਵਾਲੇ ਪਾਸੇ ਭਾਈ ਭਗਤੂ ਜੀ ਉਸ ਛੋਟੇ ਜਿਹੇ ਵਪਾਰੀ ਨੂੰ, ਫੇਰੀ ਵਾਲੇ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਿਜਾ ਰਹੇ ਹਨ। ਬਿਰਾਜਤ ਸ੍ਰੀ ਹਰਿ ਰਾਏ। ਔਰ ਜਿੱਥੇ ਫਿਰ ਸਤਿਗੁਰੂ ਜੀ ਸਜੇ ਹੋਏ ਹਨ, ਦਰਬਾਰ ਦੇ ਵਿੱਚ ਸੁਸ਼ੋਭਿਤ ਹਨ। ਪਹੁੰਚੇ ਬੈਠੇ ਸੀਸ ਨਿਵਾਏ। ਔਰ ਭਾਈ ਭਗਤੂ ਜੀ ਔਰ ਭਾਈ ਸੰਗਤ ਜੀ ਜਾ ਕਰਕੇ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੀਸ ਰੱਖਿਆ ਹੈ। ਇਸ ਬਦਨ ਤੇ ਗੁਰੂ ਉਚਾਰੀ। ਔਰ ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਦੋਂ ਸੀਸ ਨਵਾਇਆ ਤੇ ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਬਚਨ ਕਰਨ ਲੱਗੇ ਹਨ। ਆਓ ਭਾਈ ਪਰਉਪਕਾਰੀ। ਕਹਿਣ ਲੱਗੇ ਆਓ ਭਾਈ ਭਗਤੂ ਜੀ ਤੁਸੀਂ ਬੜੇ ਪਰਉਪਕਾਰੀ ਹੋ, ਬੇਅੰਤ ਜੀਵਾਂ ਦਾ ਭਲਾ ਕਰਨ ਵਾਲੇ ਹੋ। ਆਨਿਓ ਕੌਣ ਆਪਣੇ ਸੰਗ। ਔਰ ਆ ਕਿੰਨਾਂ ਨੂੰ ਆਪਣੇ ਨਾਲ ਲੈ ਕਰਕੇ ਆਇਓ, ਪਹਿਲਾਂ ਕਦੇ ਇਹਨਾਂ ਨੂੰ ਦੇਖਿਆ ਨਹੀਂ। ਭਾਈ ਭਗਤੂ ਜੀ ਨੂੰ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਇਸ ਤਰ੍ਹਾਂ ਬਚਨ ਕਰਦੇ ਹਨ। ਕਿਉ ਨਾ ਅਜਾਇਬ ਰੰਗਿਓ ਰੰਗ। ਔਰ ਕਹਿਣ ਲੱਗੇ ਤੁਸੀਂ ਇਹਨਾਂ ਨੂੰ ਆਪਣੇ ਰੰਗ ਦੇ ਵਿੱਚ ਕਿਉਂ ਨਹੀਂ ਰੰਗਿਆ ਹੈ। ਭਗਤੂ ਕਰ ਬੰਦ ਮਖਾਨਾ। ਔਰ ਭਾਈ ਭਗਤੂ ਜੀ ਨੇ ਹੱਥ ਜੋੜ ਕੇ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਭਗਤੂ ਜੀ ਤੁਸੀਂ ਇਹਨਾਂ ਨੂੰ ਆਪਣੇ ਰੰਗ ਦੇ ਵਿੱਚ ਰੰਗਿਆ ਕਿਉਂ ਨਹੀਂ। ਇਹ ਕਹਿ ਰਹੇ ਸਨ ਕਿ ਤੁਹਾਡੇ ਸੇਵਕ ਬਣਨਾ ਹੈ ਤੇ ਤੁਸੀਂ ਆਪਣੇ ਸੇਵਕ ਇਹਨਾਂ ਨੂੰ ਬਣਾ ਲੈਣਾ ਸੀਗਾ। ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਬਚਨ ਕੀਤਾ ਕਿ ਇਹਨਾਂ ਨੂੰ ਆਪਣੇ ਨਾਲ ਕਿਉਂ ਨਹੀਂ ਜੋੜਿਆ ਹੈ। ਭਗਤੂ ਕਰ ਬੰਦ ਮਖਾਨਾ। ਔਰ ਹੱਥ ਜੋੜ ਕੇ ਭਾਈ ਭਗਤੂ ਜੀ ਨੇ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬਿਨੈ ਕੀਤੀ ਹੈ। ਬਿਰਾਜਤ ਚੰਦ ਮਹਾਨਾ। हे ਪਾਤਸ਼ਾਹ ਜਿੱਥੇ ਚੰਦ ਚੜਿਆ ਹੋਵੇ, ਜਿੱਥੇ ਚੰਦ ਪ੍ਰਕਾਸ਼ਕ ਹੋਵੇ, हे ਗਰੀਬ ਨਿਵਾਜ ਸਤਿਗੁਰੂ ਜੀ ਭਾਈ ਭਗਤੂ ਜੀ ਨੇ ਬੇਨਤੀ ਕੀਤੀ ਪਾਤਸ਼ਾਹ ਤੁਸੀਂ ਚੰਦ ਦੇ ਸਮਾਨ ਹੋ। ਪ੍ਰਕਾਸ਼ੈ ਤਾਰਾ। ਤੇ ਚੰਦ ਦੇ ਸਾਹਮਣੇ ਇੱਕ ਤਾਰਾ ਜਿਹੜਾ ਹੈ ਉਹ ਕਿੰਨਾ ਕੁ ਪ੍ਰਕਾਸ਼ ਰੱਖਦਾ ਹੈ। ਉਹਦਾ ਚੰਦ ਦੇ ਸਾਹਮਣੇ ਜਿਹੜਾ ਤਾਰਾ ਹੈ ਇੱਕ, ਉਹਦਾ ਕਿੰਨਾ ਕੁ ਪ੍ਰਭਾਵ ਹੈ। ਚੰਦ ਦੇ ਸਾਹਮਣੇ ਤਾਂ ਸਾਰੇ ਜਿਹੜੇ ਤਾਰੇ ਹਨ ਉਹਨਾਂ ਦਾ ਪ੍ਰਕਾਸ਼ ਬੜਾ ਮੱਧਮ ਜਿਹਾ ਪੈ ਜਾਂਦਾ ਹੈ। ਗਰੀਬ ਨਿਵਾਜ ਪਾਤਸ਼ਾਹ ਤੁਹਾਡੀ ਸੇਵਾ ਦੇ ਵਿੱਚੋਂ ਭਾਵੇਂ ਬੜਾ ਕੁਝ ਮਿਲਿਆ ਹੈ, ਤੁਸੀਂ ਬੜੀਆਂ ਮਿਹਰਾਂ ਕਰਨ ਵਾਲੇ, ਕਿਰਪਾ ਕਰਨ ਵਾਲੇ ਹੋ, ਤੁਹਾਡੀ ਸੇਵਾ ਦੇ ਵਿੱਚ ਸਾਰਾ ਕੁਝ ਮਿਲ ਜਾਂਦਾ ਹੈ। ਪਰ ਪਾਤਸ਼ਾਹ ਗਰੀਬ ਨਿਵਾਜ ਚੰਦਰਮਾ ਦੇ ਸਾਹਮਣੇ ਤਾਰੇ ਦੀ ਕੋਈ ਔਕਾਤ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਤੁਹਾਡੇ ਹੁੰਦਿਆਂ ਹੋਇਆਂ ਐਸਾ ਕਰਨਾ ਇਹ ਸੇਵਕ ਨੂੰ, ਨਿਮਾਣੇ ਜੇ ਸਿੱਖਾਂ ਨੂੰ ਸ਼ੋਭਦਾ ਨਹੀਂ ਹੈ। ਔਰ ਇਸ ਤਰ੍ਹਾਂ ਮੈਂ ਆਪਣੇ ਮਨ ਦੇ ਵਿੱਚ ਵਿਚਾਰ ਕੀਤਾ ਹੈ। ਔਰ हे ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਤੁਸੀਂ ਚੰਦਰਮਾ ਦੇ ਸਮਾਨ ਹੋ। ਹੁਣ ਇੱਕ ਪਾਸੇ ਸੂਰਜ ਚੜਿਆ ਹੋਵੇ ਤੇ ਦਿਨ ਚੜੇ, ਕੋਈ ਦੀਵਾ ਜਗਾ ਦੇਵੇ ਤੇ ਦੀਵੇ ਦਾ ਪ੍ਰਕਾਸ਼ ਕਿੰਨਾ ਕੁ ਦਿਸੇਗਾ, ਕਿੰਨਾ ਕੁ ਨਜ਼ਰੀ ਪਏਗਾ, ਕੀ ਪ੍ਰਭਾਵ ਪਵੇਗਾ। ਕਿਉਂਕਿ ਸੂਰਜ ਦਾ ਪ੍ਰਕਾਸ਼ ਤਾਂ ਪਹਿਲੇ ਦੀਵੇ ਦੇ ਨਾਲੋਂ ਕਿਤੇ ਵੱਧ ਹੈ। ਹਾਂ ਜਦੋਂ ਸੂਰਜ ਨਾ ਹੋਵੇ ਉਦੋਂ ਜੈਸੇ ਰਾਤ ਹੈ, ਉਦੋਂ ਦੀਵਾ ਜਗੇਗਾ ਤੇ ਉਹਦਾ ਪ੍ਰਕਾਸ਼ ਦਿਸੇਗਾ ਵੀ ਉਹ ਜਗਦਾ ਹੋਇਆ ਨਜ਼ਰੀ ਵੀ ਪਏਗਾ। ਪਰ ਸੂਰਜ ਦੇ ਹੁੰਦਿਆਂ ਹੋਇਆਂ ਦੀਵਾ ਦਿਸੇਗਾ ਨਹੀਂ। ਇਸੇ ਤਰ੍ਹਾਂ हे ਪਾਤਸ਼ਾਹ ਸਤਿਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਜੀ ਤੁਸੀਂ ਸੂਰਜ ਦੀ ਤਰ੍ਹਾਂ ਹੋ ਤੇ ਸੂਰਜ ਦੇ ਸਾਹਮਣੇ ਦੀਵਾ ਜਿਹੜਾ ਹੈ ਉਹ ਕੋਈ ਔਕਾਤ ਨਹੀਂ ਰੱਖਦਾ। ਚੰਦਰਮਾ ਦੇ ਕੋਲ ਤਾਰਿਆਂ ਦੀ ਸ਼ੋਭਾ ਨਹੀਂ ਹੈ। ਚੰਦਰਮਾ ਦੇ ਵਿੱਚ, ਤਾਰਿਆਂ ਦੇ ਵਿੱਚ ਚੰਦਰਮਾ ਜਿਹੜਾ ਉਹ ਸ਼ੋਭਦਾ ਹੈ। ਗਰੀਬ ਨਿਵਾਜ ਇਸ ਤਰ੍ਹਾਂ
ਤੁਸੀਂ ਵੱਡੇ ਹੋ, ਤੁਸੀਂ ਮਹਾਨ ਹੋ, ਤੇ ਤੁਹਾਡੇ ਚਰਨਾਂ ਦੇ ਨਾਲ ਜੁੜਨਾ ਹੀ ਸੇਵਕਾਂ ਦਾ ਭਲਾ ਹੈ, ਸੇਵਕਾਂ ਵਾਸਤੇ ਉਚਿਤ ਹੈ। ਹੇ ਸਤਵੇਂ ਪਾਤਸ਼ਾਹ ਜੀ, ਕਿਰਪਾ ਕਰੋ, ਇਹਨਾਂ ਨੂੰ ਚਰਨਾਮ੍ਰਿਤ ਆਪਣੇ ਚਰਨਾਂ ਦੇ ਵਿੱਚੋਂ ਅੰਮ੍ਰਿਤ ਦੇ ਕਰਕੇ ਨਿਹਾਲ ਕਰ ਦਿਓ। ਇਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ ਔਰ ਜੀਵਨ ਦੇ ਵਿੱਚ ਸਿੱਖੀ ਦੀ ਦਾਤ ਬਖਸ਼ ਦੇਵੋ ਜੀ। ਔਰ ਗੁਰਮਤ ਦਾ ਗੁਰੂ ਕੀ ਮੱਤ ਦੇ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦੇਵੋ। ਗੁਰ ਕੀ ਮੱਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਮਨ ਕੀ ਮੱਤ ਤਿਆਗੋ ਹਰ ਜਨ। ਹੇ ਭਲਿਓ, ਮਨ ਦੀ ਮੱਤ ਤਿਆਗ ਦਈਏ ਤੇ ਗੁਰੂ ਦੀ ਗੁਰ ਮੱਤ ਗ੍ਰਹਿਣ ਕਰਕੇ ਜੀਵਨ ਸਫਲ ਕਰੀਏ। ਭਾਈ ਭਗਤੂ ਜੀ ਨੇ ਬੇਨਤੀ ਕੀਤੀ, ਹੇ ਸਤਵੇਂ ਪਾਤਸ਼ਾਹ ਜੀ, ਇਹ ਸੇਵਕ ਜਿਹੜਾ ਤੁਹਾਡੇ ਚਰਨਾਂ ਦੇ ਵਿੱਚ ਪਹੁੰਚਿਆ ਹੈ ਨਾ, ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚੋਂ ਅੰਮ੍ਰਿਤ ਦੇ ਕਰਕੇ ਤੇ ਸੁੰਦਰ ਉਪਦੇਸ਼ ਦੇ ਕਰਕੇ ਨਿਹਾਲ ਕਰ ਦੇਵੋ ਜੀ। ਔਰ ਹੇ ਪਾਤਸ਼ਾਹ, ਬੜੀ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ, ਨਿਮਰਤਾ ਦੇ ਨਾਲ ਤੁਹਾਡੇ ਚਰਨਾਂ ਦਾ ਇਹ ਸ਼ਰਧਾਲੂ ਭੌਰਾ ਤੁਹਾਡੇ ਚਰਨਾਂ ਦੇ ਵਿੱਚ ਚੱਲ ਕੇ ਆਇਆ ਹੈ। ਤੁਸੀਂ ਜਦੋਂ ਕਿਰਪਾ ਦੇ ਘਰ ਦੇ ਵਿੱਚ ਆਉਂਦੇ ਹੋ, ਜਿਨ੍ਹਾਂ ਜੀਵਾਂ 'ਤੇ ਮਿਹਰ ਕਰਦੇ ਹੋ, ਉਹ ਨਿਹਾਲ ਹੋ ਜਾਂਦੇ ਹਨ। ਉਹਨਾਂ ਨੂੰ ਗੁਰਮਤਿ ਦੀ ਸੋਝੀ ਆ ਜਾਂਦੀ ਹੈ, ਜੀਵਨ ਜਿਉਣ ਦਾ ਢੰਗ ਆ ਜਾਂਦਾ ਹੈ ਤੇ ਉਹ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਂਦੇ ਹਨ। ਹੇ ਪਾਤਸ਼ਾਹ, ਇਹਨਾਂ ਦੇ ਉੱਪਰ ਮਿਹਰ ਕਰੋ ਜੀ। ਔਰ ਫਿਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਨੇ ਜਲ ਅੰਮ੍ਰਿਤ ਗਰੀਬ ਨਿਵਾਜ ਸਤਿਗੁਰਾਂ ਨੇ ਮੰਗਵਾਇਆ ਹੈ। ਔਰ ਉਸ ਵੇਲੇ ਇਹ ਜਿਹੜੀ ਚਰਨ ਪੌਲ ਪਹਿਲਾਂ ਚੱਲਦੀ ਸੀਗੀ, ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਕੇ ਪੌਲ ਦੇ ਵਿੱਚ ਇਸ ਨੂੰ ਬਦਲ ਦਿੱਤਾ। ਪਹਿਲਾਂ ਸਿੱਖ ਜਿਹੜੇ ਬਣਦੇ ਸਨ, ਉਹ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਇਸ ਤਰ੍ਹਾਂ ਜਲ ਜਿਹੜਾ ਹੈ ਉਹ ਚਰਨਾਂ ਨੂੰ ਸੁਹਾ ਕੇ ਜਿਹੜਾ ਗੁਰੂ ਕੇ ਸਿੱਖਾਂ ਨੂੰ ਦਿੱਤਾ ਜਾਂਦਾ ਸੀਗਾ। ਉਹ ਸਿੱਖੀ ਗ੍ਰਹਿਣ ਕਰ ਲੈਂਦੇ ਸਨ, ਗੁਰੂ ਕਾ ਉਪਦੇਸ਼ ਕਮਾਉਂਦੇ ਸਨ, ਜੀਵਨ ਸਫਲ ਕਰਦੇ ਸਨ। ਕੁਝ ਸੇਵਕਾਂ ਨੇ ਇਹ ਲਿਖਿਆ ਕਿ ਚਰਨ ਜਿਹੜਾ ਉਹ ਚਰਨ ਪੌਲ ਦਿੱਤੀ ਜਾਂਦੀ ਹੈ। ਕੁਝ ਥਾਵਾਂ 'ਤੇ ਇਸ ਇਤਿਹਾਸਕਾਰਾਂ ਨੇ ਇਹ ਲਿਖਿਆ ਕਿ ਸ਼ਬਦ ਹੀ ਚਰਨ ਪੌਲ ਹੈ। ਗੁਰੂ ਕਾ ਜਿਹੜਾ ਸ਼ਬਦ ਹੈ ਨਾ, ਇਹੀ ਅੰਮ੍ਰਿਤ ਹੈ, ਸਿੱਖ ਵਾਸਤੇ ਹੀ ਸਾਰਾ ਕੁਛ ਹੈ। ਹੁਣ ਭਾਈ ਸੰਗਤ ਜੀ ਜਿਹੜਾ ਇੱਕ ਛੋਟਾ ਜਿਹਾ ਵਪਾਰੀ ਹੈ, ਫੇਰੀ ਲਾਉਣ ਵਾਲਾ ਹੈ, ਗੁਰੂ ਘਰ ਦੀ ਅਜ਼ਮਤ ਦੇਖ ਕੇ ਹੈਰਾਨ ਹੋਇਆ, ਅਚੰਭਤ ਹੋਇਆ ਤੇ ਗੁਰੂ ਕੇ ਚਰਨਾਂ ਦੇ ਵਿੱਚ ਆਇਆ। ਤਬ ਸਤਿਗੁਰ ਅਨਵਾਏ ਜਲ ਕੋ ਕਰੇ ਪਖਾਰਨ ਚਰਨ ਕਮਲ ਕੋ। ਔਰ ਸਤਿਗੁਰਾਂ ਨੇ ਚਰਨਾਂ ਦੇ ਨਾਲ ਉਸ ਜਲ ਨੂੰ ਸੁਹਾਇਆ ਹੈ। ਔਰ ਮੇਰਾਂ ਦੇ ਘਰ ਦੇ ਵਿੱਚ ਆ ਕਰਕੇ ਚਰਨ ਪੌਲ ਭਾਈ ਸੰਗਤ ਜੀ ਨੂੰ ਦਿੱਤੀ ਗਈ ਹੈ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਨੇ ਬਚਨ ਕੀਤਾ, ਹੈ ਭਾਈ ਤੇਰਾ ਨਾਮ ਕੀ ਹੈ? ਗਰੀਬ ਨਿਵਾਜ ਸਤਿਗੁਰੂ ਜੀ ਪੁੱਛਦੇ ਹਨ। ਔਰ ਉਹ ਸੇਵਕ ਸਤਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੈ, ਦੱਸਦਾ ਹੈ, ਹੇ ਪਾਤਸ਼ਾਹ ਜੀ, ਘਰ ਦੇ ਵਿੱਚ ਜਿਹੜਾ ਮੇਰਾ ਨਾਮ ਹੈ ਪਰਿਵਾਰ ਦੇ ਵੱਲੋਂ ਸੰਗਤ ਰੱਖਿਆ ਹੋਇਆ ਹੈ। ਭਾਈ ਸੰਗਤ ਕਹਿ ਕਰਕੇ ਸਾਰੇ ਪੁਕਾਰਦੇ ਹਨ। ਔਰ ਹੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ, ਮੈਂ ਨਿਮਾਣਾ ਜਿਹਾ ਇੱਕ ਵਪਾਰੀ ਹਾਂ ਤੇ ਸ਼ੁਰੂ ਤੋਂ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਫੇਰੀ ਲਾ ਕਰਕੇ ਕੁਝ ਸਮਾਨ ਵੇਚ ਕੇ ਗੁਜ਼ਾਰਾ ਕਰਦਾ ਹਾਂ। ਔਰ ਆ ਜਿਹੜੇ ਇੱਕ ਦੋ ਨਗਰ ਤੁਹਾਡੇ ਨੇੜੇ ਹਨ, ਇਹਨਾਂ ਦੇ ਵਿੱਚ ਵੀ ਮੈਂ ਲੰਮੇ ਸਮੇਂ ਤੋਂ ਆਉਂਦਾ ਹਾਂ ਔਰ ਇਹਨਾਂ ਨਗਰਾਂ ਦੇ ਵਿੱਚ ਕਈ ਚਿਰ ਤੋਂ ਮੈਂ ਸਮਾਨ ਵੇਚ ਰਿਹਾ ਹਾਂ। ਔਰ ਇਹੀ ਮੇਰੀ ਰੋਜੀ ਹੈ, ਇਹੀ ਮੇਰਾ ਜੀਵਨ ਹੈ। ਇਸ ਤਰ੍ਹਾਂ ਮੇਰਾ ਸਮਾਂ ਹੇ ਪਾਤਸ਼ਾਹ ਜੀ ਬਤੀਤ ਹੋ ਰਿਹਾ ਹੈ। ਔਰ ਬਹੁਤ ਸਾਰੀ ਉਮਰ ਇਹੀ ਕਿਰਤ ਕਰਦਿਆਂ ਹੋਇਆਂ, ਇਹੀ ਕੰਮ ਕਾਰ ਕਰਦਿਆਂ ਹੋਇਆਂ ਹੇ ਸਤਵੇਂ ਪਾਤਸ਼ਾਹ ਜੀ ਬਤੀਤ ਹੋਈ ਹੈ। ਹੁਣ ਸਹਿਬ ਪਾਤਸ਼ਾਹ
ਧੰਨ ਗੁਰੂ ਹਰਿਰਾਏ ਸਾਹਿਬ ਜੀ ਭਾਈ ਸੰਗਤ ਜੀ ਤੋਂ ਇਹ ਬਚਨ ਸੁਣ ਕੇ ਅੱਗੋਂ ਬਚਨ ਕਰਦੇ ਹਨ। ਆਪ ਤੇ ਹੋਏ ਫੇਰੂ ਤੋ ਬਨਾਏ। ਕਹਿਣ ਲੱਗੇ ਕਿ ਅੱਜ ਤੋਂ ਜਿਹੜਾ ਤੁਹਾਡਾ ਨਾਮ ਹੈ ਫੇਰੂ ਹੈ। ਤੁਸੀਂ ਫੇਰੀਆਂ ਲਾਉਂਦੇ ਹੋ, ਨਗਰਾਂ ਦੇ ਵਿੱਚ ਜਾਂਦੇ ਹੋ ਤੇ ਸਾਰੇ ਤੁਹਾਨੂੰ ਭਾਈ ਫੇਰੂ ਜੀ ਕਹਿ ਕਰਕੇ ਯਾਦ ਕਰਿਆ ਕਰਨਗੇ। ਫੇਰਾ ਕਰਤ ਮਿਲਿਓ ਹਰ ਜਨ ਕੋ। ਔਰ ਫਿਰ ਫੇਰਾ ਲਾਉਂਦੇ ਲਾਉਂਦੇ ਇਸੇ ਤਰ੍ਹਾਂ ਤੁਹਾਡਾ ਇੱਕ ਵਾਰੀ ਜਿਹੜਾ ਫੇਰਾ ਹੈ ਉਹ ਪਰਮੇਸ਼ਰ ਦੇ ਘਰ ਦੇ ਵਿੱਚ ਲੱਗ ਜਾਏਗਾ। ਫੇਰਾ ਕਰਦ ਮਿਲਿਓ ਹਰ ਜਨ ਕੋ। ਜੇ ਤੁਸੀਂ ਇਸੇ ਤਰ੍ਹਾਂ ਕਿਰਤ ਕਰਦੇ ਰਹੇ ਨਾ, ਚਰਨਾਂ ਦੇ ਨਾਲ ਜੁੜੇ ਰਹੇ ਔਰ ਗੁਰੂ ਕਾ ਬਚਨ ਉਪਦੇਸ਼ ਭਾਵਨਾ ਦੇ ਨਾਲ ਕਮਾਉਂਦੇ ਰਹੇ, ਇੱਕ ਦਿਨ ਤੁਹਾਡਾ ਫੇਰਾ, ਇੱਕ ਦਿਨ ਤੁਹਾਡਾ ਜਿਹੜਾ ਸਫ਼ਰ ਹੈ ਉਹ ਗੁਰੂ ਵੱਲ ਹੋ ਜਾਏਗਾ ਤੇ ਪਰਮਾਤਮਾ ਦੇ ਵਿੱਚ ਲੀਨ ਹੋ ਜਾਓਗੇ, ਮਾਲਕ ਦੇ ਵਿੱਚ ਸਮਾ ਜਾਓਗੇ। ਫੇਰੇ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੇ। ਸਾਡੇ ਵੀ ਬੜੇ ਫੇਰੇ ਸੰਸਾਰ ਦੇ ਵਿੱਚ ਲੱਗੇ, ਕਈ ਵਾਰ ਆਏ ਤੇ ਕਈ ਵਾਰੀ ਗਏ, ਕਦੇ ਕਿਸੇ ਸਰੀਰ ਦੇ ਵਿੱਚ ਕਦੇ ਕਿਸੇ ਸਰੀਰ ਦੇ ਵਿੱਚ। ਭਾਵਨਾ ਵਾਲੇ ਫਿਰ ਗੁਰੂ ਦੇ ਵਿੱਚ ਸਮਾ ਜਾਂਦੇ ਹਨ, ਮੁਕਤ ਹੋ ਜਾਂਦੇ ਹਨ। ਇਹ ਭਾਈ ਫੇਰਾ ਜੀ ਤੁਸੀਂ ਹੁਣ ਮਾਲਕ ਦੇ ਵਿੱਚ ਸਮਾ ਜਾਓਗੇ ਔਰ ਹੁਣ ਗੁਰੂ ਕਾ ਬਚਨ ਕਮਾਓ, ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲੋ ਔਰ ਮਨ ਸਿੱਧਾ ਕਰੋ। ਕਹਿਣ ਲੱਗੇ ਪਰਿਓ ਸ਼ਰਨ ਕਰ ਸੁਧਾ ਮਨ ਕੋ। ਸਿੱਧੇ ਭਾਵਨਾ ਦੇ ਨਾਲ ਗੁਰੂ ਕਾ ਜਿਹੜਾ ਸਿੱਖ ਹੈ ਨਾ, ਸਿੱਖ ਜਿਹੜਾ ਹੈ ਉਹਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਵੱਲ ਛਲ ਚਤੁਰਾਈ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ। ਉਹ ਗੁਰੂ ਕਾ ਸਿੱਖ ਹੈ ਸਿੱਧਾ ਹੋਵੇ, ਜਿਸ ਤਰ੍ਹਾਂ ਬਾਹਰੋਂ ਤੇ ਉਸੇ ਤਰ੍ਹਾਂ ਅੰਦਰੋਂ ਹੋਵੇ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਉਹਨਾਂ ਨੂੰ ਕੱਚੇ ਕਿਹਾ ਜਾਂਦਾ ਹੈ। ਜਿਹੜੇ ਮੁਖ ਤੋਂ ਕੁਝ ਹੋਰ ਹੋਣ ਤੇ ਮਨ ਦੇ ਵਿੱਚ ਕੁਝ ਹੋਰ ਚੱਲਦਾ ਹੋਵੇ, ਉਹਦਾ ਗੁਰੂ ਘਰ ਦੇ ਵਿੱਚ ਕੋਈ ਸਤਿਕਾਰ ਨਹੀਂ ਹੈ ਤੇ ਕੋਈ ਬਖਸ਼ਿਸ਼ ਗੁਰੂ ਤੋਂ ਲੈ ਨਹੀਂ ਸਕਦਾ। ਇਸ ਤਰ੍ਹਾਂ ਇੱਕੋ ਜਿਹਾ ਜੀਵਨ ਹੋਵੇ, ਜਿਸ ਤਰ੍ਹਾਂ ਅਸੀਂ ਬਾਹਰੋਂ ਦਿਸਦੇ ਆ ਨਾ ਬੜੇ ਸੋਹਣੇ ਸੋਹਣੇ, ਬਾਹਰ ਦਾ ਲਿਬਾਸ ਤਾਂ ਬੜਾ ਸੋਹਣਾ ਹੈ, ਉਸੇ ਤਰ੍ਹਾਂ ਦਾ ਜੀਵਨ ਅੰਦਰੋਂ ਵੀ ਹੋਵੇ। ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਬਚਨ ਕੀਤਾ ਹੈ ਨਾ, ਕਹਿਣ ਲੱਗੇ ਹੇ ਭਾਈ ਫੇਰੂ ਜੀ, ਇਹ ਜਿਹੜਾ ਫੇਰਾ ਹੈ ਨਾ ਬੜੇ ਚੰਗੇ ਭਾਗ ਹੁਣ ਤਾਂ ਜਿਹੜਾ ਮਨੁੱਖਾ ਜੀਵਨ ਪ੍ਰਾਪਤ ਹੁੰਦਾ ਹੈ। ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੇ ਇਹ ਤੇਰੀ ਭਰੀਆ। ਪਰਮਾਤਮਾ ਨੂੰ ਮਿਲਣ ਵਾਸਤੇ ਇਹ ਵਾਰੀ ਹੈ। ਸਤਿਗੁਰਾਂ ਨੇ ਬਚਨ ਕੀਤਾ ਸਿੱਧੇ ਹੋ ਕਰਕੇ, ਸਾਫ਼ ਹੋ ਕਰਕੇ ਪਰਮਾਤਮਾ ਦੇ ਰਜਾ ਦੇ ਵਿੱਚ, ਹੁਕਮ ਦੇ ਵਿੱਚ ਚੱਲੋ ਔਰ ਬੰਦਗੀ ਦੇ ਨਾਲ, ਸਿਮਰਨ ਦੇ ਨਾਲ ਜੁੜੋ ਜੇ। ਤੇ ਸਾਰਾ ਕੁਝ ਛੱਡ ਕੇ ਫੇਰੀ ਤਾਂ ਤੁਸੀਂ ਲਾਉਂਦੇ ਹੋ, ਫੇਰੀ ਤੁਹਾਡੀ ਸਫਲ ਹੋ ਜਾਏਗੀ, ਤੁਹਾਡਾ ਵਪਾਰ ਸਫਲ ਹੋ ਜਾਏਗਾ। ਕਿਉਂਕਿ ਜਿਹੜੇ ਗਰੀਬ ਹਨ ਨਾ, ਜਿਹੜੇ ਲੋੜਵੰਦ ਹਨ, ਉਹਨਾਂ 'ਤੇ ਦਇਆ ਕਰੋ। ਜਿਹੜਾ ਕੋਈ ਲੋੜਵੰਦ ਹੈ, ਸਾਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਕੁਝ ਕੁ ਸਮਾਂ ਵਪਾਰ ਵੀ ਕੀਤਾ। ਵਪਾਰ ਜਦੋਂ ਪਿਤਾ ਜੀ ਨੇ ਦੇਖਿਆ ਨਾ ਪੁੱਤਰ ਜਵਾਨ ਹੋ ਗਿਆ ਹੈ ਤੇ ਵਪਾਰੀ ਬਣਾ ਦਿੱਤਾ ਧੰਨ ਗੁਰੂ ਨਾਨਕ ਦੇਵ ਜੀ ਨੂੰ। ਸਤਿਗੁਰੂ ਜੀ ਵਪਾਰ ਕਰਨ ਜਾਂਦੇ ਰਹੇ। ਇੱਕ ਵਾਰੀ ਜਦੋਂ ਆਪਾਂ ਸਾਰਾ ਇਤਿਹਾਸ ਸੁਣਦੇ ਹਾਂ ਨਾ, 20 ਰੁਪਈਆਂ ਦਾ ਲੰਗਰ ਛਕਾ ਆਏ ਸਨ ਭੁੱਖਿਆਂ ਸਾਧੂਆਂ ਨੂੰ। ਸਤਿਗੁਰੂ ਜੀ ਵਪਾਰੀ ਸਨ ਤੇ ਐਸੇ ਵਪਾਰੀ ਕਿ ਜਦੋਂ ਕੋਈ ਭੁੱਖਾ ਮਿਲ ਗਿਆ, ਕੋਈ ਪਿਆਸਾ ਮਿਲ ਗਿਆ, ਕਿਤੇ ਲੋੜਵੰਦ ਮਿਲ ਗਿਆ ਤੇ ਉਹਦੇ ਤੇ ਦਇਆ ਵੀ ਕਰੇ ਗੁਰੂ ਕਾ ਸਿੱਖ। ਸਾਹਿਬ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ, ਛੋਟੀ ਜਦੋਂ ਉਮਰ ਸੀਗੀ ਤੇ ਉਹ ਵੀ ਘੁੰਗਣੀਆਂ ਵੇਚਦੇ ਸਨ, ਸਿਰ ਤੇ ਟੋਕਰੀ ਰੱਖ ਕੇ ਫੇਰੀ ਲਾਉਂਦੇ ਸਨ। ਫੇਰੀ ਇੱਕ ਛੋਟਾ ਜਿਹਾ ਵੀ ਵਪਾਰ ਹੈ। ਤੇ ਜਦੋਂ ਕੋਈ ਭੁੱਖਾ ਮਿਲ ਜਾਂਦਾ ਸੀ ਉਹਨਾਂ ਨੂੰ ਛਕਾ ਆਉਂਦੇ ਸਨ। ਕਈ ਵਾਰੀ ਪੈਸਾ ਵੀ ਨਹੀਂ ਸੀ ਲੈਂਦੇ, ਆਪ ਕਈ ਵਾਰੀ ਰਾਤ ਭੁੱਖਿਆਂ ਰਹਿ ਕਰਕੇ ਗੁਜ਼ਾਰਾ ਕਰਦੇ ਸਨ, ਸਾਰੀ ਰਾਤ ਪਾਣੀ ਪੀ ਪੀ ਕੇ। ਇਹ ਗੁਰੂ ਕੇ ਸਿੱਖ ਦਾ ਸੁਭਾਅ ਹੈ ਕਿ ਉਹ ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਦੁਕਾਨਦਾਰੀ ਵੀ ਕੀਤੀ। ਜੇਕਰ ਕੋਈ ਲੋੜਵੰਦ ਆਇਆ ਤੇ ਉਹਦੀ ਵੀ ਝੋਲੀ ਭਰ ਦਿੱਤੀ ਕਿ ਹੇ ਭਲਿਆ, ਸਰੀਰ ਵਾਸਤੇ ਇਹ ਪ੍ਰਸ਼ਾਦਾ ਜ਼ਰੂਰੀ ਹੈ, ਕੋਈ ਗੱਲ ਨਹੀਂ, ਪੈਸੇ ਕੱਲ੍ਹ ਨੂੰ ਆ ਜਾਣਗੇ, ਬਾਅਦ ਵਿੱਚ ਆ ਜਾਣਗੇ। ਕਿਤੇ ਗੁਰੂ ਕਾ ਸਿੱਖ ਇਤਨਾ ਸੂਮਣਾ ਹੋਵੇ,
ਗੁਰੂ ਕਾ ਸਿੱਖ ਕਪਟ ਨਾ ਕਰਨ ਵਾਲਾ ਹੋਵੇ, ਛਲ ਨਾ ਕਰਨ ਵਾਲਾ ਹੋਵੇ, ਪਰਉਪਕਾਰੀ ਕਰੇ, ਕਿਰਤ ਵੀ ਕਰੇ। ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਉਹ ਹੱਥੋਂ ਦੇ ਕੇ ਭਲਾ ਵੀ ਮਨਾਏ, ਕਿਸੇ ਗਰੀਬ ਤੇ ਲੋੜਵੰਦ ਤੇ ਦਿਆਲੂ ਵੀ ਹੋਵੇ। ਹੇ ਭਾਈ ਸੰਗਤ ਜੀ, ਹੇ ਭਾਈ ਫੇਰੂ ਜੀ, ਅਗਾਂਹ ਵੀ ਫੇਰੀ ਲਾਉਣੀ ਹੈ, ਆਪਣੀ ਕਿਰਤ ਕਰਨੀ ਹੈ, ਪਰ ਜਿਹੜਾ ਕੋਈ ਲੋੜਵੰਦ ਮਿਲਦਾ ਹੈ ਉਹਦੇ ਤੇ ਦਇਆ ਵੀ ਕਰਨੀ ਹੈ। ਜਦੋਂ ਤੁਸੀਂ ਆਪਣਾ ਇਸ ਤਰ੍ਹਾਂ ਕੰਮ ਕਰੋਗੇ ਨਾ ਤੇ ਲੋੜਵੰਦ ਦਾ ਭਲਾ ਕਰੋਗੇ, ਉਹਦੇ ਤੇ ਦਇਆ ਕਰੋਗੇ, ਤੇ ਤੁਹਾਡਾ ਜੀਵਨ ਸਫਲ ਹੋ ਜਾਏਗਾ, ਤੁਹਾਡਾ ਜਨਮ ਸਫਲ ਹੋ ਜਾਏਗਾ। ਨਾਲੇ ਨਾਲੇ ਕਿਰਤ ਕਰੋ ਤੇ ਨਾਲੇ ਨਾਲ ਕੀਰਤੀ ਕਰੋ, ਮਾਲਕ ਦੀ ਬੰਦਗੀ ਕਰੋ, ਸਿਮਰਨ ਕਰੋ, ਤੁਹਾਡਾ ਜੀਵਨ ਸਫਲ ਹੋ ਜਾਏਗਾ। ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਨਾਲ ਭਾਈ ਫੇਰੂ ਜੀ ਜੁੜੇ ਹਨ, ਔਰ ਸਤਿਗੁਰਾਂ ਨੇ ਐਸਾ ਬਚਨ ਕੀਤਾ ਹੈ, ਨਾਮ ਸਿਮਰੋ ਗੁਣ ਗਾਵੋ, ਔਰ ਸਤ ਨਾਮ ਦਾ ਜਾਪ ਕਰੋ ਜੀ, ਤੇ ਪਰ ਭਗਤੂ ਕੋ ਉਪਕਾਰ। ਔਰ ਕਹਿਣ ਲੱਗੇ ਕਿ ਭਾਈ ਭਗਤੂ ਜੀ ਨੇ ਤੁਹਾਡੇ ਉੱਪਰ ਵੱਡਾ ਪਰਉਪਕਾਰ ਕੀਤਾ ਹੈ, ਗੁਰੂ ਦੀ ਮੱਤ ਦੇ ਨਾਲ ਜੋੜ ਦਿੱਤਾ ਹੈ। ਇਹ ਪਗ ਪਰ ਸਿਰ ਕੋ ਧਾਰ, ਔਰ ਇਹਨਾਂ ਦੇ ਪੱਗ ਦੇ ਉੱਪਰ ਵੀ ਜਿਹੜਾ ਇਹਨਾਂ ਦੇ ਚਰਨਾਂ ਦਾ ਵੀ ਸਤਿਕਾਰ ਕਰੋ, ਸੀਸ ਧਰੋ, ਜਿਨ੍ਹਾਂ ਨੇ ਤੁਹਾਨੂੰ ਪਰਮੇਸ਼ਰ ਦੇ ਨਾਲ ਜੋੜਿਆ ਹੈ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੂੰ ਬਕੂ ਸਭ ਰਸਨਾ ਦੀਜੈ ਪ੍ਰਾਣ ਅਕੋਰ। ਜਿਹੜਾ ਕੋਈ ਜੋੜਨ ਵਾਲਾ ਹੈ ਨਾ ਗੁਰੂ ਦੇ ਚਰਨਾਂ ਦੇ ਨਾਲ, ਉਹਦਾ ਵੀ ਜਿਹੜਾ ਸਤਿਕਾਰ ਹੈ ਉਹ ਬਣਦਾ ਹੈ। ਸੱਤਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ, ਜਿਹੜਾ ਭਾਈ ਭਗਤੂ ਹੈ ਇਹਨਾਂ ਨੇ ਤੁਹਾਨੂੰ ਜੋੜਿਆ ਹੈ, ਇਹਨਾਂ ਦਾ ਵੀ ਵੱਡਾ ਸਤਿਕਾਰ ਕਰੋ। ਭਾਈ ਸੰਗਤ ਜੀ ਨੇ ਭਾਈ ਭਗਤੂ ਜੀ ਦੇ ਚਰਨਾਂ 'ਤੇ ਵੀ ਸੀਸ ਰੱਖਿਆ ਤੇ ਭਲਾ ਹੋਇਆ, ਜੀਵਨ ਸਫਲ ਹੋਇਆ। ਸਾਰੀ ਜ਼ਿੰਦਗੀ ਫਿਰ ਗੁਰੂ ਦੇ ਨਾਲ ਜੁੜ ਕੇ ਭਲਾ ਕੀਤਾ ਔਰ ਆਪਣਾ ਜਨਮ ਸਵਾਰਿਆ। ਅਗਲੇ ਸਮੇਂ ਵੀ ਇਸ ਗੁਰਮੁਖ ਪਿਆਰੇ ਦਾ ਇਤਿਹਾਸ ਆਪਾਂ ਸਰਵਣ ਕਰਾਂਗੇ। ਆਪ ਸਮੂਹ ਸੰਗਤ ਦਾ ਸ਼ੁਕਰਾਨਾ, ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਗੁਰ ਇਤਿਹਾਸ ਸਰਵਣ ਕਰ ਰਹੇ ਹੋ। ਔਰ ਇਹ ਜਿਹੜਾ ਆਪਾਂ ਇਤਿਹਾਸ ਸਰਵਣ ਕਰਦੇ ਇਹਦੇ ਵਿੱਚੋਂ ਸਾਨੂੰ ਬੜੀ ਵੱਡੀ ਸਿੱਖਿਆ ਮਿਲਦੀ ਹੈ। ਹੇ ਗੁਰੂ ਕੇ ਸਿੱਖਾ, ਜਿਹੜਾ ਤੂੰ ਕੰਮ ਕਰਦਾ ਹੈ ਨਾ, ਉਹ ਇਤਿਹਾਸ ਦੇ ਵਿੱਚੋਂ ਪ੍ਰੇਰਨਾ ਲੈ ਕੇ ਕਰਨਾ ਕਿੱਦਾਂ ਹੈ। ਜੇ ਤਾਂ ਗੁਰੂ ਦੀ ਮੱਤ ਗ੍ਰਹਿਣ ਕਰ ਲਈ ਤੇ ਤੇਰੇ ਕੰਮਕਾਰ, ਤੇਰਾ ਘਰ-ਬਾਰ, ਤੇਰਾ ਜੀਵਨ ਸਾਰਾ ਕੁਝ ਹੀ ਸਫਲ ਹੋ ਜਾਏਗਾ ਜੇ ਗੁਰੂ ਦੀ ਮੱਤ ਦੇ ਨਾਲ ਚੱਲੇਗਾ। ਕਿਰਤ ਵੀ ਕਰ, ਤੇ ਇੱਕ ਬਚਨ ਪੜ੍ਹਦੇ ਨਾ ਆਪਾਂ, ਗੁਰੂ ਨਾਨਕ ਦੇਵ ਜੀ ਜਿੱਥੇ ਜਿੱਥੇ ਜਾਂਦੇ ਸਨ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਵੰਡ ਛਕੋ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਕਹਿਣ ਮਾਤਰ ਹੀ ਇਕੱਲਾ ਥੋੜ੍ਹੇ ਹੋਵੇ, ਆਪਣੇ ਹੱਥੋਂ ਕੁਛ ਦਵੇ, ਪਰਉਪਕਾਰ ਕਰੇ ਤਾਂ ਭਲਾ ਹੁੰਦਾ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ। ਆਪ ਸਮੂਹ ਸੰਗਤ ਦਾ ਸ਼ੁਕਰਾਨਾ, ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚੇ ਹੋ। ਆਓ ਸਾਰੀ ਸੰਗਤ ਕੁਝ ਕੁ ਸਮਾਂ ਸਿਮਰਨ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।